ਵਾਹਿਗੁਰੂ 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 ਵਾਹਿਗੁਰੂ। ਸੂਰਠ ਮਹਲਾ ਪਹਿਲਾ। ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਛੋਡੋ ਵੇਸ ਭੇਖ ਚਤੁਰਾਈ, ਦੁਬਿਧਾ ਇਹੋ ਫਲ ਨਾਹੀ ਜੀਓ। ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਛੋਡੋ ਵੇਸ ਭੇਖ ਚਤੁਰਾਈ, ਦੁਬਿਧਾ ਇਹੋ ਫਲ ਨਾਹੀ ਜੀਓ। ਮਨ ਰੇ ਥਿਰ ਰਹੋ, ਮਤ ਕਤ ਜਾਹੀ ਜੀਓ। ਬਾਹਰ ਢੂੰਡਤ ਬਹੁਤ ਦੁਖ ਪਾਵਹਿ, ਘਰ ਅੰਮ੍ਰਿਤ ਘਟ ਮਾਹੀ ਜੀਓ। ਮਨ ਰੇ ਥਿਰ ਰਹੋ, ਮਤ ਕਤ ਜਾਹੀ ਜੀਓ। ਬਾਹਰ ਢੂੰਡਤ ਬਹੁਤ ਦੁਖ ਪਾਵਹਿ, ਘਰ ਅੰਮ੍ਰਿਤ ਘਟ ਮਾਹੀ ਜੀਓ। ਰਹਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀਆਂ ਦੇ ਵਾਲੀ, ਗਰੀਬ ਨਵਾਜ਼ ਸਤਿਗੁਰੂ, ਪਤਿਤ ਪਾਵਨ, ਭਗਤ ਵਸ਼ਲ, ਕਿਰਪਾ ਦੇ ਖਜ਼ਾਨੇ, ਦਸਾਂ ਹੀ ਪਾਤਸ਼ਾਹੀਆਂ ਦੇ ਆਤਮਿਕ ਸਰੂਪ, ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿੰਨਾਂ ਦੇ ਪਾਵਨ ਨਿੱਘੀ ਗੋਦ ਅੰਦਰ ਸੁਭਾਏਮਾਨ ਗੁਰੂ ਕੀ ਸਾਜੀ ਨਵਾਜੀ, ਗੁਰੂ ਰੂਪ ਖਾਲਸਾ ਸਾਧ ਸੰਗਤ ਜੀ। ਧੰਨ ਸਤਿਗੁਰੂ ਸਾਹਿਬ ਜਿਨ੍ਹਾਂ ਨੇ ਅਪਾਰ ਬਖਸ਼ਿਸ਼ ਰਹਿਮਤ ਕਰਕੇ ਆਪਣੇ ਪਾਵਨ ਪਵਿੱਤਰ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਆਪਣੇ ਪਾਵਨ ਦਰਸ਼ਨ ਦੀਦਾਰ ਬਖਸ਼ ਕਰਕੇ ਸਿੱਖ ਸੰਗਤਾਂ ਨੂੰ ਨਿਹਾਲ ਕੀਤਾ ਹੈ। ਆਪ ਗੁਰਸਿੱਖ ਸੰਗਤਾਂ ਬੜੇ ਪ੍ਰੇਮ ਸਤਿਕਾਰ ਸਹਿ ਸਤਿਗੁਰੂ ਸਾਹਿਬ ਜੀ ਦੇ ਹਜ਼ੂਰ ਸਭਾਏਮਾਨ ਹੋ ਕਰਕੇ ਮੇਰੇ ਕਿਰਪਾਲੂ ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਸ੍ਰੀ ਆਸਾ ਜੀ ਦੀ ਵਾਰ, ਤਿੰਨਾਂ ਦੇ ਮਨੋਹਰ ਕੀਰਤਨ ਸਰਵਣ ਕਰਕੇ ਜਨਮ ਦਾ ਲਾਹਾ ਪ੍ਰਾਪਤ ਕਰ ਰਹੇ ਸੀ। ਹੁਣ ਜੋ ਗੁਰਦੇਵ ਸਤਿਗੁਰੂ ਸਾਹਿਬ ਜੀ ਨੇ ਅੱਜ ਦੇ ਦਿਹਾੜੇ ਪਾਵਨ ਹੁਕਮਨਾਮੇ ਸਾਹਿਬ ਦਿਆਲਤਾ ਦੇ ਘਰ ਵਿੱਚ ਆਣ ਕਰਕੇ ਸਮੁੱਚੀ ਕਾਇਨਾਤ ਨੂੰ ਅੱਜ ਦੇ ਦਿਹਾੜੇ ਬਖਸ਼ਿਸ਼ ਕਰਕੇ ਨਿਹਾਲ ਕੀਤਾ ਹੈ। ਆਓ ਜੋ ਗੁਰਦੇਵ ਸਤਿਗੁਰੂ ਸਾਹਿਬ ਜੀ ਕਿਰਪਾ ਕਰ ਰਹੇ ਹਨ, ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ। ਪ੍ਰੇਮ ਸਤਿਕਾਰ ਸਹਿਤ ਜਪੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਰਠ ਮਹੱਲਾ ਪਹਿਲਾ। ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਸੋਰਠ ਰਾਗ ਦੇ ਅੰਦਰ ਪਹਿਲੇ ਪਾਤਸ਼ਾਹ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਮੇਰੇ ਗੁਰਦੇਵ ਜੀ ਸਾਡੇ ਤੇ ਦਿਆਲਤਾ ਕਰਦੇ ਹਨ। ਅਨੇਕ ਭੇਖਾਂ ਦੇ ਮਨੁੱਖ ਆਣ ਕਰਕੇ ਗੁਰਦੇਵ ਦੇ ਦੀਦਾਰ ਕਰਦੇ, ਦਰਸ਼ਨ ਕਰਕੇ ਨਿਹਾਲ ਹੁੰਦੇ।
ਗੁਰਸਿੱਖਾਂ ਨੇ ਬੇਨਤੀ ਕੀਤੀ, ਸਤਿਗੁਰੂ ਸਾਹਿਬ ਜੀ ਆਪ ਕਿਰਪਾ ਕਰਕੇ ਸਾਨੂੰ ਦੱਸਣਾ ਕਰੋ ਕਿ ਮਨੁੱਖ ਭੇਖਾਂ ਕਰਕੇ ਸੰਸਾਰ ਤੋਂ ਮੁਕਤ ਹੋ ਸਕਦਾ ਹੈ ਜਾਂ ਨਾਮ ਸਿਮਰਨ ਅਭਿਆਸ ਕਰਕੇ। ਆਪ ਦਿਆਲਤਾ ਕਰਕੇ ਸਮਝਾਵੋ। ਤਾਂ ਗੁਰਦੇਵ ਜੀ ਨੇ ਇਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਕੇ ਨਿਹਾਲ ਕੀਤਾ ਹੈ। ਮੇਰੇ ਗੁਰਦੇਵ ਦਿਆਲਤਾ ਕਰਦੇ ਹਨ, ਜਿਸ ਜਲ ਨਿਧ ਕਾਰਨ ਤੁਮ ਜਗ ਆਏ। ਜਿਸ ਜਲ ਦੀ ਖੋਜ ਵਾਸਤੇ, ਜਲ ਨਾਮ ਹੁੰਦਾ ਹੈ ਪਾਣੀ ਦਾ, ਨਿਧ ਨਾਮ ਖਜ਼ਾਨੇ ਦਾ ਹੈ। ਜੋ ਜਲ ਦੇ ਵਿੱਚੋਂ ਖਜ਼ਾਨਾ ਪ੍ਰਾਪਤ ਕਰਨ ਵਾਸਤੇ ਤੁਸੀਂ ਇਸ ਸੰਸਾਰ ਤੇ ਆਏ ਹੋ। ਕਿਵੇਂ ਜੀ? ਜਿਵੇਂ ਆਪਾਂ ਆਦਿ ਕਾਲ ਦੀ ਕਥਾ ਵਿੱਚ ਪੜ੍ਹਦੇ ਹਾਂ ਕਿ ਦੇਵਤਿਆਂ ਨੇ ਸਮੁੰਦਰ ਰਿੜ ਕਰਕੇ ਵਿੱਚੋਂ 14 ਪ੍ਰਕਾਰ ਦੇ ਰਤਨ ਕੱਢਣਾ ਕੀਤੇ, ਜਿਨ੍ਹਾਂ ਚੋਂ ਇੱਕ ਅੰਮ੍ਰਿਤ ਸੀ। ਪਰ ਕਥਾ ਵਿੱਚ ਇਹ ਆਪਾਂ ਵੀ ਪੜ੍ਹਦੇ ਹਾਂ ਕਿ ਉਹ ਅੰਮ੍ਰਿਤ ਕਿਸੇ ਨੂੰ ਪ੍ਰਾਪਤ ਨਹੀਂ ਹੋਇਆ। ਗੁਰਦੇਵ ਸਤਿਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਕਿ ਹਰ ਇੱਕ ਜਿਤਨੇ ਵੀ ਪ੍ਰਾਣਾ ਧਾਰੀ ਜੀਵ ਇਸ ਸੰਸਾਰ ਤੇ ਮਨੁੱਖਾ ਦੇਹੀ ਨੂੰ ਪ੍ਰਾਪਤ ਕਰਕੇ ਆਏ ਹਨ, ਉਸ ਦੀ ਦੌੜ ਕੀ ਹੈ ਕਿ ਮੈਂ ਇਸ ਸੰਸਾਰ ਤੋਂ ਮੁਕਤ ਹੋ ਕਰਕੇ ਜਿਹੜਾ ਇਹ ਸਫ਼ਰ ਮੈਂ ਸੰਸਾਰ ਤੇ ਜੀਣ ਵਾਸਤੇ ਆਇਆ ਹਾਂ, ਇਸ ਨੂੰ ਸਫਲਿਆਂ ਕਰਕੇ ਤੇ ਵਾਪਸ ਪਰਤ ਜਾਵਾਂ। ਕਿਉਂਕਿ ਹਰੇਕ ਮਨੁੱਖ ਦਾ ਜੀਵਨ ਇਸ ਤਰੀਕੇ ਨਾਲ ਹੈ ਜਿਵੇਂ ਕੋਈ ਪਰਦੇਸੀ ਆਦਮੀ ਦੂਸਰੇ ਦੇਸ਼ ਵਿੱਚ ਵਣਜ ਕਰਨ ਵਾਸਤੇ ਆਇਆ ਹੋਵੇ। ਇਸੇ ਹੀ ਤਰੀਕੇ ਦੇ ਨਾਲ ਆਪਾਂ ਸਾਰੇ ਹੀ ਉਸ ਪਰਲੋਕ ਘਰ ਨੂੰ, ਜਿਸ ਨੂੰ ਪੇਕਾ ਘਰ ਕਹਿੰਦੇ ਹਨ, ਉਸ ਨੂੰ ਤਿਆਗ ਕਰਕੇ ਇਹ ਸਹੁਰੇ ਘਰ ਦੇ ਵਿੱਚ, ਜਾਂ ਐਵੇਂ ਕਹੀਏ ਕਿ ਇਹ ਪਰਦੇਸ ਅੰਦਰ, ਜਿਹਨੂੰ ਆਪਾਂ ਗੁਰੂ ਕੀ ਬਾਣੀ 'ਚ ਪੜ੍ਹਦੇ ਹਾਂ, ਪਰਦੇਸ ਝਾਗ ਸੌਦੇ ਕੋ ਆਇਆ, ਵਸਤ ਅਨੂਪ ਸੁਣੀ ਲੋਭਾਇਆ। ਇਹ ਪਰਦੇਸ ਝਾਗਣ ਵਾਸਤੇ ਆਏ ਹਾਂ, ਪਰਦੇਸ ਯਾਤਰਾ ਤੇ ਆਏ ਹਾਂ ਸੌਦਾ ਪ੍ਰਾਪਤ ਕਰਨ ਵਾਸਤੇ। ਸੌਦਾ ਕੀ ਹੈ? ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ। ਸੌਦਾ ਸੀ ਅੰਮ੍ਰਿਤ। ਤੇ ਮੇਰੇ ਗੁਰਦੇਵ ਸਤਿਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਜਿਤਨੇ ਵੀ ਜੀਵ ਹਨ, ਜਿਤਨੇ ਭੇਖਾਂ ਦੇ, ਜਿਤਨੇ ਧਰਮਾਂ ਦੇ, ਜਿਤਨੇ ਵਰਨਾਂ ਦੇ, ਸਾਰਿਆਂ ਦਾ ਇੱਕੋ ਹੀ ਯਤਨ ਹੈ ਕਿ ਅੰਮ੍ਰਿਤ ਦੀ ਪ੍ਰਾਪਤੀ ਹੋ ਜਾਵੇ। ਮਹਾਰਾਜ ਕਹਿੰਦੇ, ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀ। ਜਿਸ ਜਲ ਦੇ ਨਿਧ ਵਾਸਤੇ, ਜਿਸ ਅੰਮ੍ਰਿਤ ਵਾਸਤੇ ਤੂੰ ਸੰਸਾਰ ਤੇ ਆਇਆ ਸੀ, ਉਹ ਅੰਮ੍ਰਿਤ ਸਤਿਗੁਰੂ ਸਾਹਿਬ ਜੀ ਦੇ ਪਾਸੋਂ ਪ੍ਰਾਪਤ ਹੋਇਆ ਹੈ। ਕਿਸੇ ਵੀ ਹੋਰ ਯਤਨ ਕਰਕੇ ਪ੍ਰਾਪਤ ਨਹੀਂ ਹੋ ਸਕਦਾ। ਤੇ ਵਿਦਵਾਨਾਂ ਨੇ ਅਨੇਕ ਤਰੀਕਿਆਂ ਦੇ ਨਾਲ ਅੰਮ੍ਰਿਤ ਦੀ ਪਰਿਭਾਸ਼ਾ ਲਿਖੀ ਹੈ। ਧੰਨ ਗੁਰਦੇਵ ਸਤਿਗੁਰੂ ਸਾਹਿਬ ਜੀ ਜਿਨ੍ਹਾਂ ਨੇ ਬਖਸ਼ਿਸ਼ ਕੀਤੀ, ਜਿਤਨੇ ਵੀ ਅੰਮ੍ਰਿਤ ਵਿਦਵਾਨ ਪੁਰਖਾਂ ਨੇ ਮੰਨੇ ਸਨ, ਸਾਨੂੰ ਸਾਰੇ ਪ੍ਰਾਪਤ ਕਰਵਾ ਦਿੱਤੇ। ਅੰਮ੍ਰਿਤ ਜਲ ਸਰੂਪ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਪਾਵਨ ਸਰੋਵਰ ਰਚ ਕਰਕੇ ਤੇ ਬਖਸ਼ਿਸ਼ ਕੀਤੀ। ਅੰਮ੍ਰਿਤਸਰ ਸਤਿਗੁਰ ਸਤਵਾਦੀ, ਜਿਤ ਨਹਾਤੇ ਕਊਆ ਹੰਸ ਹੋਏ। ਪ੍ਰਤੱਖ ਅੰਮ੍ਰਿਤ ਸਰੋਵਰ ਖਦਵਾ ਕਰਕੇ ਬਖਸ਼ਿਸ਼ ਕਰਕੇ ਭੇਟ ਕੀਤਾ ਸਿੱਖ ਸੰਗਤਾਂ ਦੇ। ਇਹ ਵੀ ਪ੍ਰਤੱਖ ਅੰਮ੍ਰਿਤ ਸਤਿਗੁਰੂ ਸਾਹਿਬ ਜੀ ਨੇ ਪ੍ਰਾਪਤ ਕਰਵਾਇਆ। ਸੰਸਾਰ ਦੇ ਲੋਕ ਅਧਿਆਤਮਕ ਪੁਰਖ ਮਨੁੱਖਾਂ ਨੇ ਕਿਹਾ ਜੀਵਨ ਦਾ ਅੰਮ੍ਰਿਤ ਸ਼ਬਦ ਹੈ, ਤਾਂ ਮੇਰੇ ਗੁਰਦੇਵ ਜੀ ਨੇ ਬਖਸ਼ਿਸ਼ ਕੀਤੀ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਪਾਈ ਸਮੁੱਚੀ ਗੁਰਬਾਣੀ ਇੱਕ ਓੰਕਾਰ ਤੋਂ ਲੈ ਕਰਕੇ 18 10 20 ਤੱਕ ਅੱਖਰ ਅੱਖਰ ਗੁਰੂ ਸਾਹਿਬ ਜੀ ਨੇ ਅੰਮ੍ਰਿਤ ਸਰੂਪ ਲਿਖ ਕਰਕੇ ਤੇ ਆਪਣੇ ਖਾਲਸਾ ਪੰਥ ਨੂੰ ਬਖਸ਼ਿਸ਼ ਕੀਤੀ। ਫਿਰ ਵਿਦਵਾਨਾਂ ਨੇ ਮੰਨਿਆ ਜਿੱਥੇ ਪਰਮੇਸ਼ਰ ਵਾਹਿਗੁਰੂ ਦੀ ਬਾਤ ਚੱਲੇ, ਉਹ ਸੰਗਤ ਵੀ ਅੰਮ੍ਰਿਤ ਸਰੂਪ ਹੈ। ਤੇ ਮੇਰੇ ਗੁਰਦੇਵ ਜੀ ਨੇ ਬਖਸ਼ਿਸ਼ ਕੀਤੀ, ਘਰ ਘਰ ਅੰਦਰ ਧਰਮਸਾਲ ਹੋਵਾ ਕੀਰਤਨ ਸਦਾ ਵਸੂਆ। ਐਸੀ ਬਖਸ਼ਿਸ਼ ਕਰ ਦਿੱਤੀ, ਘਰਾਂ ਘਰਾਂ ਅੰਦਰ
ਗੁਰਸਿੱਖਾਂ ਦੀ ਧਰਮਸ਼ਾਲਾ ਬਣਾ ਦਿੱਤੀ, ਨਾਲ ਰਹਿਮਤ ਕੀਤੀ, ਮਰਿਆਦਾ ਬਖਸ਼ਿਸ਼ ਕੀਤੀ। ਮਹਾਰਾਜ ਹਰੇਕ ਘਰ ਵਿੱਚ ਧਰਮਸ਼ਾਲਾ ਕਿਵੇਂ ਬਣ ਸਕਦੀ ਹੈ? ਤਾਂ ਬਖਸ਼ਿਸ਼ ਕੀਤੀ ਕਿ ਸਿੱਖ ਸਿੱਖਣੀ ਮਿਲ ਬਹੇ, ਭਾਖਾ ਕਰੇ ਅਪਾਰ, ਭਜਨ ਦਰਾਏ ਪੁੱਤਰ ਕੋ ਹਰ ਭਜ ਬਾਰੰਬਾਰ। ਹਰ ਇੱਕ ਘਰ ਦੇ ਵਿੱਚ ਧਰਮਸ਼ਾਲਾ ਗੁਰਸਿੱਖਾ ਬਣ ਜਾਵੇਗੀ ਜੇ ਹਰੇਕ ਸਿੱਖ ਆਪਣੇ ਘਰ ਦੇ ਅੰਦਰ ਆਪਣੇ ਧੀਆਂ ਪੁੱਤਰਾਂ ਨੂੰ ਇਕੱਤਰ ਕਰਕੇ ਤੇ ਇਹ ਸਿਖਾਵੇ, ਗੁਰੂ ਕਿਆ ਸਿੱਖਾ ਤੂੰ ਮੇਰਾ ਪੁੱਤਰ ਬਾਅਦ ਵਿੱਚ ਹੈ, ਪਹਿਲਾਂ ਕਲਗੀਆਂ ਵਾਲੇ ਬਾਪੂ ਦਾ ਪੁੱਤਰ ਹੈ। ਇਸ ਕਰਕੇ ਉਸ ਪਿਤਾ ਸਤਿਗੁਰੂ ਸਾਹਿਬ ਜੀ ਦੇ ਪੁੱਤਰ ਬਣਨ ਵਾਸਤੇ ਤੈਨੂੰ ਪੰਜਾਂ ਕਕਾਰਾਂ ਦੀ ਰਹਿਤ ਦੇ ਧਾਰਨੀ ਹੋਣਾ ਪਵੇਗਾ। ਤੈਨੂੰ ਇਹ ਚੇਤਾ ਰੱਖਣਾ ਪਵੇਗਾ ਕਿ ਜਿਸ ਸਤਿਗੁਰੂ ਸਾਹਿਬ ਜੀ ਨੇ ਸੋ ਅੰਮ੍ਰਿਤ ਗੁਰ ਪਾਹੀ ਜੀ ਹੋ, ਜਿਸ ਗੁਰਦੇਵ ਪਾਸੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਹੋਈ ਹੈ, ਇਹ ਅੰਮ੍ਰਿਤ ਦੀ ਦਾਤ ਦੇਣ ਵਾਸਤੇ ਕਿਰਪਾਲੂ ਸਤਿਗੁਰੂ ਪਿਤਾ ਸਤਿਗੁਰੂ ਸਾਹਿਬ ਜੀ ਨੇ ਆਪਣਾ ਸਰਬੰਸੀ ਲੁਟਾ ਦਿੱਤਾ ਹੈ। ਐਸੇ ਸਤਿਗੁਰੂ ਸਾਹਿਬ ਜੀ ਦੀ ਸਿੱਖੀ ਦ੍ਰਿੜ ਕਰਨ ਵਾਸਤੇ ਜਦੋਂ ਇਹ ਸਿੱਖਿਆ ਮਾਤਾ ਪਿਤਾ ਆਪਣੇ ਧੀਆਂ ਪੁੱਤਰਾਂ ਨੂੰ ਦੇਣਗੇ, ਭਾਈ ਕਿਉਂ ਨਾ ਹਰ ਇੱਕ ਘਰ ਧਰਮਸ਼ਾਲਾ ਹੀ ਹੋ ਜਾਵੇਗਾ ਤੇ ਉਹ ਧਰਮਸ਼ਾਲਾ ਵਿੱਚ ਕਹੇ ਹੋਏ ਬਚਨ ਅੰਮ੍ਰਿਤ ਬਚਨ ਹੋਣਗੇ। ਉੱਥੇ ਦ੍ਰਿੜ ਕਰਾਈ ਹੋਈ ਸਿੱਖਿਆ ਉਹ ਅੰਮ੍ਰਿਤ ਸਿੱਖਿਆ ਹੋ ਜਾਵੇਗੀ। ਇਹ ਗੁਰਦੇਵ ਜੀ ਨੇ ਇਹ ਪਾਵਨ ਅੰਮ੍ਰਿਤ ਬਖਸ਼ਿਸ਼ ਕਰਕੇ ਨਵਾਜਿਆ। ਉੱਥੇ ਪ੍ਰਤੱਖ ਰੂਪ ਦੇ ਵਿੱਚ ਬਖਸ਼ਿਸ਼ ਦੇ ਘਰ ਵਿੱਚ ਆਣ ਕਰਕੇ ਰਹਿਮਤ ਦਾ ਦਰ ਖੋਲਿਆ, ਕਿਰਪਾ ਕੀਤੀ। 1699 ਦੀ ਵਿਸਾਖੀ ਨੂੰ ਪੰਜ ਗੁਰਸਿੱਖਾਂ ਦੇ ਪਾਵਨ ਸੀਸ ਲੈ ਕਰਕੇ ਪਾਵਨ ਅੰਮ੍ਰਿਤ ਦੀ ਦਾਤ ਬਖਸ਼ ਕਰਕੇ ਨਵਾਜ ਦਿੱਤਾ। ਬਖਸ਼ਿਸ਼ ਕੀਤੀ ਕਿ ਜਿਨ੍ਹਾਂ ਦੇ ਵਰਨ ਕੁੱਲ ਦੇ ਵਿੱਚ ਵੀ ਸਰਦਾਰ ਨਹੀਂ ਸਨ ਪੈਦਾ ਹੋ ਸਕਦੇ, ਐਸੀ ਗੁੜਤੀ ਅੰਮ੍ਰਿਤ ਦੀ ਦਵਾਂਗੇ। ਸਾਰੇ ਸੰਸਾਰ ਦੇ ਵਿੱਚ ਹੀ ਜਿਹੜੇ ਇਸ ਅੰਮ੍ਰਿਤ ਨਾਲ ਆਣ ਕਰਕੇ ਜੁੜ ਜਾਣਗੇ, ਮੁਰਦਾ ਕੌਮਾਂ ਵੀ ਦਲੇਰ ਹੋ ਜਾਣਗੀਆਂ, ਮੁਰਦਿਆਂ ਦਾ ਜੀਵਨ ਵੀ ਬਦਲ ਕਰਕੇ ਉਹ ਸੰਸਾਰ ਦੇ ਉੱਤੇ ਅਣਖ ਤੇ ਗੈਰਤ ਦੀ ਜ਼ਿੰਦਗੀ ਜੀਣ ਲੱਗ ਪੈਣਗੇ। ਐਸਾ ਅੰਮ੍ਰਿਤ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਹੈ। ਗੁਰਸਿੱਖੋ, ਇਸ ਸਨਮਾਨ ਦੇ ਨਾਲ ਜੀਣਾ ਹੀ ਵੱਡੀ ਬਾਤ ਹੈ ਕਿ ਅਸੀਂ ਕਿੱਡੇ ਕਰਮਾਂ ਵਾਲੇ ਹਾਂ, ਸਾਡੇ ਐਸੇ ਕਿਰਪਾਲੂ ਸਤਿਗੁਰੂ ਸਾਹਿਬ ਜੀ ਹਨ। ਕੁਝ ਦਿਹਾੜੇ ਪਹਿਲਾਂ ਹੀ ਕਿਸੇ ਸਿੰਘ ਨੇ ਬੇਨਤੀ ਬਚਨ ਕੀਤਾ, ਕਹਿਣ ਲੱਗੇ ਜੀ ਤੁਸੀਂ ਕਿਵੇਂ ਮੰਨਦੇ ਹੋ ਕਿ ਸਤਿਗੁਰੂ ਸਾਹਿਬ ਜੀ ਨੇ ਸਾਡੇ ਤੇ ਕਿੱਡੀ ਕੁ ਵੱਡੀ ਦਾਤ ਕੀਤੀ ਹੈ? ਦਾਸ ਨੇ ਆਪਣੀ ਤੁਸ਼ ਬੁੱਧੀ ਅਨੁਸਾਰ ਉਸ ਨੂੰ ਜਵਾਬ ਦਿੱਤਾ, ਗੁਰਸਿੱਖਾ ਮੈਨੂੰ ਨਹੀਂ ਪਤਾ, ਮੈਂ ਤੇ ਇਹ ਮੰਨਦਾ ਹਾਂ ਕਿ ਜਿਹੜੇ ਸਾਰੇ ਸੰਸਾਰ ਦੇ ਗੁਰੂ ਹਨ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਜਿਨ੍ਹਾਂ ਨੇ ਹਿੰਦੀਆਂ ਦਾ ਧਰਮ ਬਚਾਉਣ ਵਾਸਤੇ ਆਪਣੇ ਪਿਤਾ ਨੂੰ ਸੀਸ ਭੇਟ ਕਰਨ ਵਾਸਤੇ ਭੇਜਿਆ ਹੋਵੇ, ਜੇ ਸਤਿਗੁਰੂ ਸਾਹਿਬ ਜੀ ਨੂੰ ਪੀਰ ਬੁੱਧੂ ਸ਼ਾਹ ਵਰਗੇ ਪੀਰ, ਜੇ ਸਤਿਗੁਰੂ ਸਾਹਿਬ ਜੀ ਨੂੰ ਭੀਖਣ ਸ਼ਾਹ ਵਰਗੇ ਪੀਰ ਸਜਦਾ ਕਰਦੇ ਹੋਣ, ਜੇ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਤੋਂ ਪੀਰ ਬੁੱਧੂ ਸ਼ਾਹ ਨੇ ਆਪਣੇ ਪੁੱਤਰ ਨਿਸ਼ਾਵਰ ਕਰ ਦਿੱਤੇ ਹੋਣ, ਉਹ ਸਤਿਗੁਰੂ ਸਾਹਿਬ ਜੀ ਸਾਰਿਆਂ ਦੇ ਸਾਂਝੇ ਗੁਰੂ ਹਨ। ਪਰ ਗੁਰਸਿੱਖਾ, ਇਸ ਸਨਮਾਨ ਨਾਲ ਜੀਣਾ ਕਿੱਡੀ ਵੱਡੀ ਬਾਤ ਹੋਵੇਗੀ। ਜਿਹੜਾ ਸਾਰਿਆਂ ਦਾ ਸਾਂਝਾ ਗੁਰੂ ਹੈ ਉਹ ਮੇਰਾ ਬਾਪੂ ਹੈ, ਉਹ ਮੇਰੇ ਕਿਰਪਾਲੂ ਸਤਿਗੁਰੂ ਸਾਹਿਬ ਜੀ ਪਿਤਾ ਹਨ, ਜਿਹੜੇ ਸਾਰਿਆਂ ਦੇ ਬਾਪੂ। ਬਿਲਕੁਲ ਦੇਸੀ ਭਾਸ਼ਾ 'ਚ ਕਹੀਏ, ਜਿਹੜਾ ਸਾਰਿਆਂ ਦਾ ਗੁਰੂ ਉਹ ਸਾਡਾ ਪਾਪਾ ਹੈ। ਉਹਨੂੰ ਆਪਾਂ ਪਿਤਾ ਜੀ ਕਹਿ ਸਕਦੇ ਹਾਂ, ਬਾਪੂ ਜੀ ਕਹਿ ਸਕਦੇ ਹਾਂ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ, ਜਿਹੜੇ ਦੁਨੀਆ ਦੇ ਉੱਤੇ ਗੁਰਸਿੱਖਾਂ ਤੋਂ ਜੀਵਨ ਧਾਰਨ ਕੀਤਾ ਸੀ। ਜਿਸ ਅੰਮ੍ਰਿਤ ਨੂੰ ਪ੍ਰਾਪਤ ਕਰਨ ਵਾਸਤੇ ਉਹ ਅੰਮ੍ਰਿਤ ਸਤਿਗੁਰੂ ਸਾਹਿਬ ਜੀ ਦੇ ਪਾਸੋਂ ਤੈਨੂੰ ਪ੍ਰਾਪਤ ਹੁੰਦਾ ਹੈ, ਹੋਰ ਕਿਤੇੋਂ ਹੋ ਹੀ ਨਹੀਂ ਸਕਦਾ। ਜੇ ਛੋਟੋ ਵੇਸ ਭੇਖ ਚਤੁਰਾਈ, ਦੁਬਿਦਾਈ ਹੋ ਫਲ ਨਾਹੀ ਜੀਓ। ਤੇ ਮਹਾਰਾਜ ਜੀ ਮੈਂ ਫਿਰ ਭੇਖ ਚੰਗਾ ਬਣਾ ਲਿਆ ਕਰਾਂ। ਕਿਰਪਾਲੂ ਸਤਿਗੁਰੂ ਸਾਹਿਬ ਜੀ, ਮੈਂ ਭੇਖੀ ਜੇ ਲੋਕ ਵੇਖੇ ਨੇ, ਜੇ ਬਹੁਤਾ ਭੇਖ ਕਰੀਏ ਤੇ ਤੁਸੀਂ ਪ੍ਰਾਪਤ ਹੋ ਜਾਵੋਗੇ। ਗੁਰਦੇਵ ਕਹਿੰਦੇ ਛੋਡੋ ਭਾਈ, ਇਸ ਨੂੰ ਛੱਡ ਦੇਣਾ ਕਰ। ਛੋਡੋ ਵੇਸ ਭੇਖ ਚਤੁਰਾਈ, ਕਹਿਣ ਲੱਗੇ ਬਹੁਤੇ ਵੇਸ ਬਣਾ ਲੈਣੇ, ਬਹੁਤੇ ਭੇਖ ਕਰ ਲੈਣੇ, ਬਹੁਤੀਆਂ ਚਤਰਾਈਆਂ ਚਲਾਕੀਆਂ ਕਰਦੇ ਫਿਰਨਾ, ਇਹ ਗੁਰਸਿੱਖਾ ਤੈਨੂੰ ਭਾਉਂਦੀਆਂ ਨਹੀਂ। ਤੈਨੂੰ ਤੇ ਇਹੋ ਹੀ ਚੇਤਾ ਹੋਣਾ ਚਾਹੀਦਾ ਹੈ ਕਿ ਪੰਜ ਕਕਾਰਾਂ ਦਾ ਜਿਹੜੇ ਸਤਿਗੁਰੂ ਸਾਹਿਬ ਜੀ ਨੇ ਮਰਿਆਦਾ ਬਖਸ਼ਿਸ਼ ਕੀਤੀ ਹੈ,
ਇਹਦੇ ਵਿੱਚ ਢਲਿਆਈ ਨਹੀਂ ਹੋਣੀ ਚਾਹੀਦੀ। ਭੇਖਾਂ ਕਰਕੇ ਗੁਰੂ ਸਾਹਿਬ ਜੀ ਦੀ ਪ੍ਰਾਪਤੀ ਨਹੀਂ। ਪੰਜਾਂ ਕਕਾਰਾਂ ਦੀ ਰਹਿਤ ਦਾ ਧਾਰਨੀ ਹੋ ਕਰਕੇ, ਪੰਜਾਂ ਕਕਾਰਾਂ ਦਾ ਧਾਰਨੀ ਹੋ ਕਰਕੇ ਖੰਡੇ ਬਾਟੇ ਦੀ ਪਹੁਲ ਛਕ ਕੇ ਤੇ ਫਿਰ ਭਾਵੇਂ ਵਸਤਰ ਜਿਹੜੇ ਮਰਜ਼ੀ ਵੀ ਪਹਿਨੀ ਫਿਰੇ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੇਰੇ ਤੇ ਖੁਸ਼ ਹੋਣਗੇ। ਆਪਣਾ ਪੁੱਤਰ ਬਣਾ ਕਰਕੇ ਨਾਲ ਬਿਠਾਲ ਕੇ ਦੁਨੀਆ ਦੇ ਲੋਕ ਆਣ ਕੇ ਪੁੱਛਣਗੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਇਹ ਤੁਹਾਡੇ ਪੁੱਤਰ ਹਨ? ਤੇ ਮੇਰੇ ਗੁਰਦੇਵ ਫਿਰ ਬਚਨ ਕਰਨਗੇ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਨਹੀਂ ਭਾਈ, ਇਹ ਮੇਰਾ ਹੀ ਸਰੂਪ ਹਨ, ਮੇਰੇ ਹੀ ਵਰਗੇ ਹਨ। ਇਹ ਪਿਤਾ ਸਤਿਗੁਰੂ ਸਾਹਿਬ ਜੀ ਹੀ ਬਖਸ਼ਿਸ਼ ਕਰ ਸਕਦੇ ਨੇ, ਹੋਰ ਸੰਸਾਰ ਤੇ ਕੋਈ ਨਹੀਂ। ਤੇ ਜੇ ਭੇਖ ਬਣਾ ਕੇ ਤੁਰਿਆ ਫਿਰੇਗਾ, ਜਿਵੇਂ ਬਹੁਤਾਤ, ਇੱਕ ਬੇਨਤੀ ਕਰਾਂ ਗੁਰਸਿੱਖੋ, ਅੱਜ ਕੱਲ ਬਹੁਤਾਤ ਨੌਜਵਾਨ ਗੁਰੂ ਕੇ ਸਿੱਖ ਦਮਾਲੇ ਸਜਾਉਂਦੇ ਨੇ, ਚੋਲੇ ਪਾਉਂਦੇ ਹਨ, ਪਰ ਬਹੁਤਿਆਂ ਨੇ ਕੇਵਲ ਤੇ ਕੇਵਲ ਫੈਸ਼ਨ ਪ੍ਰਸਤੀ ਇਸ ਨੂੰ ਸਮਝ ਲਿਆ ਹੈ। ਇਹ ਫੈਸ਼ਨ ਪ੍ਰਸਤੀ ਨਹੀਂ ਹੈ। ਦਮਾਲੇ ਸਜਾਉਣੇ, ਬਾਣੇ ਨਿਹੰਗ ਸਿੰਘਾਂ ਵਾਲੇ ਪਾਉਣੇ, ਇਹ ਖਾਲਸਾ ਫੌਜ ਦੀ ਵਰਦੀ ਹੈ। ਖਾਲਸਾ ਫੌਜ ਦੀ ਆਪਣੀ ਮਰਿਆਦਾ ਹੈ। ਜਿਵੇਂ ਕੁੱਲ ਸੰਸਾਰ ਦੀਆਂ ਫੌਜਾਂ ਦੀ ਮਰਿਆਦਾ ਹੈ, ਇਵੇਂ ਹੀ ਕਈ ਸਿੰਘਾਂ ਦੇ ਚਿੱਤ ਵਿੱਚ ਆ ਜਾਂਦਾ ਜੀ ਨਿਹੰਗ ਸਿੰਘਾਂ ਦੀ ਕੁਝ ਮਰਿਆਦਾ ਵੱਖਰੀ ਹੈ। ਉਹਦਾ ਕਾਰਨ ਹੈ ਕਦੀ ਵੀ ਸਿਵਲ ਦੀ ਤੇ ਫੌਜ ਦੀ ਮਰਿਆਦਾ ਇੱਕ ਨਹੀਂ ਹੋਇਆ ਕਰਦੀ। ਪੰਥ ਦੀ ਫੌਜ ਦੀ ਆਪਣੀ ਮਰਿਆਦਾ ਹੈ। ਬਾਣੇ ਪਹਿਨੋ, ਪਰ ਉਸ ਨੂੰ ਕੇਵਲ ਫੈਸ਼ਨ ਦਾ ਹਿੱਸਾ ਨਾ ਬਣਾਓ। ਇਹ ਫੈਸ਼ਨ ਨਹੀਂ, ਇਹ ਭੇਖ ਨਹੀਂ ਹੈ, ਇਹ ਗੁਰੂ ਕੀ ਬਖਸ਼ਿਸ਼ ਕੀਤੀ ਹੋਈ ਮਰਿਆਦਾ ਹੈ। ਜਿਹੜਾ ਪਾਵਨ ਪੰਥ ਸਿਰ ਤੇ ਦਮਾਲੇ ਸਜਾਉਂਦਾ ਹੈ, ਇਹਨੂੰ, ਇਸ ਪੰਥ ਨੂੰ ਬਾਬਾ ਫਤਿਹ ਸਿੰਘ ਕੀ ਫੌਜ ਕਿਹਾ ਜਾਂਦਾ ਹੈ। ਇਹ ਬਾਬਾ ਫਤਿਹ ਸਿੰਘ ਜੀ ਦਾ ਪੰਥ ਹੈ। ਬਾਬਾ ਫਤਿਹ ਸਿੰਘ ਜੀ ਤੋਂ ਚੱਲੀਆਂ ਹੋਈਆਂ ਇਹ ਫੌਜਾਂ ਹਨ, ਗੁਰੂ ਕੀਆਂ ਫੌਜਾਂ। ਇਸ ਕਰਕੇ ਗੁਰਦੇਵ ਜੀ ਇੱਥੇ ਵੀ ਬਖਸ਼ਿਸ਼ ਕਰ ਰਹੇ ਹਨ, ਗੁਰਸਿੱਖਾ ਭੇਖਾਂ ਕਰਕੇ ਪ੍ਰਾਪਤ ਨਹੀਂ ਹੋ ਸਕਦਾ, ਉਸ ਨੂੰ ਪ੍ਰਾਪਤ ਹੋਵੇਗਾ ਜਿਹੜਾ ਭੇਖੀ ਹੈ, ਉਹ ਵਕਾਰੀ ਹੋ ਜਾਵੇਗਾ। ਜਿਸ ਨੇ ਕੇਵਲ ਭੇਖ ਧਾਰਨ ਕੀਤਾ ਹੋਇਆ ਹੈ, ਭੇਖ ਵਕਾਰਾਂ ਨੂੰ ਜਨਮ ਦਿੰਦਾ ਹੈ, ਧਰਮ ਵਕਾਰਾਂ ਨੂੰ ਨਾਸ ਕਰਕੇ ਅੰਦਰ ਸਹਿਜਤਾ ਦੀ ਪ੍ਰਵਿਰਤੀ ਕਰਦਾ ਹੈ। ਜਿਤਨਾ ਚਿਰ ਭੇਖੀ ਹੋਵੇਗਾ ਮਨੁੱਖ, ਉਤਨਾ ਸਮਾਂ ਹੀ ਵਕਾਰੀ ਰਹੇਗਾ। ਇਸ ਕਰਕੇ ਗੁਰਦੇਵ ਕਿਰਪਾ ਕਰਦੇ ਹਨ, ਛੋਡੋ ਵੇਸ ਭੇਖ ਚਤਰਾਈ, ਦੁਬਦਾ ਇਹੋ ਫਲ ਨਾਹੀ ਜੀਓ। ਕਿੰਨੇ ਪ੍ਰੇਮ ਨਾਲ ਸਤਿਗੁਰੂ ਸਾਹਿਬ ਜੀ ਦਿਆਲਤਾ ਕਰਦੇ ਨੇ। ਗੁਰਸਿੱਖਾ, ਦੁਬਦਾ ਦਵੈਤ ਵਿੱਚ ਲੱਗਿਆ ਹੋਇਆਂ ਬਖਸ਼ਿਸ਼ ਨਹੀਂ ਹੋਵੇਗੀ ਜਿੰਨਾ ਚਿਰ ਕੇਵਲ ਭੇਖੀ ਰਵੇਂਗਾ। ਜਿਵੇਂ ਦਾਸ ਨੇ ਪਹਿਲਾਂ ਵੀ ਬੇਨਤੀ ਕੀਤੀ ਸੀ, ਇਸ ਸਥਾਨ ਤੋਂ ਹੀ ਜਦੋਂ ਦਾਸ ਸਿੰਘ ਸਾਹਿਬ ਜੀ ਪਾਸ, ਗਿਆਨੀ ਜਸਵੰਤ ਸਿੰਘ ਜੀ ਹੁਣਾ ਪਾਸ ਪੜ੍ਹਿਆ ਕਰਦਾ ਸੀ, ਇਸ ਸਥਾਨ ਤੋਂ ਹੀ ਸਿੰਘ ਸਾਹਿਬ ਜੀ ਨੇ ਬਚਨ ਕੀਤੇ ਸਨ ਕਿ ਪਹਿਲੇ ਸਮਿਆਂ ਦੇ ਵਿੱਚ ਗੁਰਸਿੱਖਾਂ ਦੇ ਗਾਤਰੇ ਛੋਟੇ ਸਨ, ਬਰੀਕ ਸਨ। ਉਹਨਾਂ ਨੇ ਸ਼ਬਦ ਵਰਤਿਆ ਸੀ, ਗਾਤਰੇ ਸੌੜੇ ਸਨ ਪਰ ਨਿਤਨੇਮ ਚੌੜੇ ਸਨ। ਪਰ ਹੁਣ ਭੇਖ ਤੇ ਵੱਡਾ ਹੋ ਗਿਆ, ਗਾਤਰਾ ਤੇ ਚੌੜਾ ਹੋਇਆ, ਪਰ ਨਿਤਨੇਮ ਸੌੜਾ ਹੋ ਗਿਆ ਹੈ। ਗੁਰਸਿੱਖਾ, ਤੇਰੇ ਨੇਮ ਕਰਕੇ ਤੂੰ ਜਾਣਿਆ ਜਾਵੇਂਗਾ, ਭੇਖ ਕਰਕੇ ਕਦਾਚਿਤ ਨਹੀਂ ਜਾਣਿਆ ਜਾਵੇਗਾ। ਤੇਰਾ ਨਿਤਨੇਮ ਕੀ ਹੈ, ਤੇਰੇ ਜੀਵਨ ਦੇ ਵਿੱਚ ਉਛਾਲ ਕੀ ਆਇਆ ਹੈ, ਤੂੰ ਹਰ ਰੋਜ਼ ਨਿਤ ਨਵੀਂ ਸਿੱਖਿਆ ਪ੍ਰਾਪਤ ਕੀ ਕੀਤੀ ਹੈ ਗੁਰਦੇਵ ਪਾਸੋਂ, ਇਸ ਗੱਲ ਦੀ ਗਿਣਤੀ ਕੀਤੀ ਜਾਵੇਗੀ। ਤੇਰਾ ਭੇਖ ਕੈਸਾ, ਇਸ ਗੱਲ ਦੀ ਚਤਰਾਈ ਇਹ ਨਹੀਂ ਮਾਪੀ ਜਾ ਸਕਦੀ। ਇਸ ਕਰਕੇ ਗੁਰਦੇਵ ਕਹਿੰਦੇ ਭੇਖ ਦੀ ਚਤਰਾਈ ਛੱਡ, ਦੁਬਦਾ ਕਰਕੇ ਪ੍ਰਾਪਤ ਨਹੀਂ ਹੋ ਸਕਦਾ। ਤੇ ਅਸੀਂ ਤੇ ਇਤਨੇ ਭੇਖ ਵਿੱਚ ਪਏ ਹੋਏ ਹਾਂ, ਮਾਫ ਕਰਿਆ ਜੇ। ਜਿਹੜਾ ਗੋਲ ਬਣਦਾ ਨਾ ਸਿੱਖਾਂ ਦੇ ਵਿੱਚ, ਜਿਹੜਾ ਗੋਲ ਬਣਦਾ ਹੈ, ਉਹ ਨੁੱਕਰ ਵਾਲੇ ਜਿੰਨੇ ਬੱਧੀ ਹੋਈ ਉਹਨੂੰ ਵੇਖ ਕੇ ਸੋਚਦਾ ਇਹਨੂੰ ਫਤਿਹ ਬੁਲਾਵਾਂ ਜਾਂ ਨਾ ਬੁਲਾਵਾਂ। ਇਹੋ ਹੀ ਜਿੰਨੇ ਨੋਕ ਵਾਲੀ ਬੱਧੀ ਏ, ਉਹ ਦੂਸਰੇ ਵੱਲ ਵੇਖ ਕੇ ਇਹ ਵਿਚਾਰ ਕਰੀ ਜਾਂਦਾ। ਜਦ ਕਿ ਸਤਿਗੁਰੂ ਸਾਹਿਬ ਜੀ ਦਾ ਇਹ ਹੁਕਮ ਤੇ ਨਹੀਂ ਸੀ, ਗੁਰਦੇਵ ਦਾ ਹੁਕਮ ਸੀ, ਆਗੇ ਆਵਤ ਸਿੰਘ ਜੋ ਪਾਵੈ, ਵਾਹਿਗੁਰੂ ਕੀ ਫਤਿਹ ਬੁਲਾਵੇ। ਗੁਰਸਿੱਖਾ, ਭੇਖਾਂ ਦੀ ਚਤਰਾਈ ਕਰਕੇ ਦੁਬਦਾ ਪ੍ਰਾਪਤ ਹੋਵੇਗੀ। ਭੇਖਾਂ ਦੀ ਚਤਰਾਈ ਛੱਡ ਕੇ ਇਹ ਜਾਣ, ਇਹ ਗੁਰੂ ਕਾ ਖਾਲਸਾ ਹੈ, ਦੁਬਦਾ ਕਰਕੇ ਛੁੱਟਿਆ ਨਹੀਂ ਜਾ ਸਕਦਾ। ਮਨ ਰੇ ਥਿਰ ਰਹੋ, ਮਤ ਕਤ ਜਾਹੀ ਜੀਓ। ਮਹਾਰਾਜ, ਕਿਵੇਂ ਇਹ ਮੇਰੇ ਮਨ ਦੇ ਵਿੱਚ ਜਾਂ ਮੇਰੇ ਜੀਵਨ ਵਿੱਚ ਇਹ ਖੇੜਾ ਕਿਵੇਂ ਆ ਸਕਦਾ ਹੈ?
ਕਿਰਪਾ ਕਰਦੇ ਨੇ, ਕਹਿੰਦੇ ਮਨ ਨੂੰ ਸਮਝਾ, ਇਹ ਮੇਰੇ ਮਨਾ ਥਿਰ ਰਹਿ, ਅਸਥਿਰਤਾ ਨੂੰ ਗ੍ਰਹਿਣ ਕਰ, ਸਿਮਰਨ ਭਗਤੀ ਕਰਕੇ ਕਿਤੇ ਵੀ ਹੋਰ ਪਾਸੇ ਲੱਗਣਾ ਨਾ ਕਰ ਤੂੰ। ਬਾਹਰ ਢੂੰਡਤ ਬਹੁਤ ਦੁਖ ਪਾਵਹਿ। ਗੁਰਦੇਵ ਕਿਵੇਂ ਕਿਰਪਾ ਹੋਵੇਗੀ? ਕਹਿੰਦੇ ਜਿੰਨਾ ਚਿਰ ਤੇ ਸੱਜਣਾ ਬਾਹਰ ਲੱਭਦਾ ਰਵੇਂਗਾ ਉਹਨਾਂ ਚਿਰ ਤੇ ਦੁੱਖਾਂ ਦੀ ਪ੍ਰਾਪਤੀ ਹੋਵੇਗੀ, ਉਹਨਾਂ ਚਿਰ ਤੇ ਦੁੱਖ ਹੀ ਪੱਲੇ ਪੈਣਗੇ। ਜਿੰਨਾ ਚਿਰ ਭਾਈ ਕੋਈ ਵਸਤੂ ਘਰ ਵਿੱਚ ਪਈ ਹੋਵੇ, ਕੋਈ ਮਨੁੱਖ ਬਾਹਰ ਲੱਭਦਾ ਫਿਰੇ ਤੇ ਨਹੀਂ ਲੱਭ ਸਕਦੇ। ਹਾਂ, ਜਦੋਂ ਘਰ ਦੇ ਵਿੱਚ ਆਣ ਕਰਕੇ ਉਸ ਨੂੰ ਲੱਭਣ ਦਾ ਯਤਨ ਕਰੇ ਫਿਰ ਤੇ ਜ਼ਰੂਰ ਪ੍ਰਾਪਤ ਹੋ ਜਾਵੇਗੀ। ਇੱਥੇ ਵੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਭਾਈ ਜੇ ਤੇ ਬਾਹਰ ਢੂੰਡਤ ਬਹੁਤ ਦੁੱਖ ਪਾਵੇ, ਜੇ ਬਾਹਰ ਢੂੰਡਦਾ ਫਿਰੇਗਾ, ਲੱਭਦਾ ਫਿਰੇਗਾ, ਬੜੇ ਦੁੱਖਾਂ ਦੀ ਪ੍ਰਾਪਤੀ ਹੋਵੇਗੀ। ਘਰ ਅੰਮ੍ਰਿਤ ਘਟ ਮਾਹੀ ਜੀਓ। ਮਹਾਰਾਜ ਕਿੱਥੋਂ ਪ੍ਰਾਪਤ ਹੋਵੇਗਾ? ਕਹਿਣ ਲੱਗੇ ਭਾਈ ਘਰ ਅੰਮ੍ਰਿਤ ਘਟ ਮਾਹੀ ਜੀ। ਜੇ ਭਾਈ ਤੂੰ ਪਰਮੇਸ਼ਰ ਵਾਹਿਗੁਰੂ ਦੀ ਕਿਰਪਾ ਸਦਕਾ ਅੰਤਰਮੁਖੀ ਹੋ ਜਾਵੇਂ, ਘਟ ਹਿਰਦੇ ਅੰਦਰੋਂ ਅੰਤਿਸ਼ ਕਰਨ ਦੇ ਵਿੱਚੋਂ ਹੀ ਗੁਰਦੇਵ ਕਿਰਪਾ ਕਰਨਗੇ, ਇਹ ਅੰਮ੍ਰਿਤ ਦਾ ਸੋਮਾ ਤੈਨੂੰ ਪ੍ਰਾਪਤ ਕਰਵਾ ਦੇਣਗੇ। ਰਹਾਉ ਬਸ ਰਾਮ ਦੇ ਕੇ ਬਖਸ਼ਿਸ਼ ਕਰਦੇ ਹਨ। ਅਵਗੁਣ ਛੋੜ ਗੁਣਾ ਕੋ ਧਾਵੋ। ਮਹਾਰਾਜ ਬੜੀ ਬਖਸ਼ਿਸ਼ ਕੀਤੀ ਆਪ ਜੀ ਨੇ, ਦਿਆਲਤਾ ਕੀਤੀ, ਹੋਰ ਉਪਦੇਸ਼ ਬਖਸ਼ਿਸ਼ ਕਰਕੇ ਨਿਹਾਲ ਕਰੋ। ਗੁਰਦੇਵ ਕਹਿੰਦੇ ਭਾਈ ਜੇ ਤੇ ਹਾਂ ਸਿੱਖ, ਸਿੱਖ ਦਾ ਅਰਥ ਹੈ ਸਿਖਿਆਰਥੀ, ਹਰ ਰੋਜ਼ ਹੀ ਸਿੱਖਦੇ ਰਹਿਣਾ। ਹਾਂ ਮਹਾਰਾਜ ਬਿਲਕੁਲ ਦੁਨੀਆ ਦੇ ਲੋਕ ਮੈਨੂੰ ਸਿੱਖ ਕਹਿ ਕੇ ਪੁਕਾਰਦੇ ਹਨ, ਕੀ ਕਰਿਆ ਕਰਾਂ? ਕਹਿਣ ਲੱਗੇ ਅਵਗੁਣ ਛੋੜ ਗੁਣਾ ਕੋ ਧਾਵੋ, ਅਵਗੁਣਾਂ ਨੂੰ ਛੱਡ ਕਰਕੇ ਤੇ ਗੁਣਾਂ ਦਾ ਗ੍ਰਾਹੀ ਹੋ। ਹਰ ਰੋਜ਼ ਅਵਗੁਣਾਂ ਨੂੰ ਛੋੜਨ ਦਾ ਯਤਨ ਕਰ, ਗੁਣ ਗ੍ਰਹਿਣੀ ਹੋ ਤੂੰ। ਕਰ ਅਵਗੁਣ ਪਛਤਾਹੀ ਜੀਓ। ਮਹਾਰਾਜ ਅਵਗੁਣ ਕਿਉਂ ਤਿਆਗਣੇ ਨੇ? ਕਹਿੰਦੇ ਵੇਖ ਲਾ ਅਵਗੁਣਾਂ ਨੂੰ ਕਰਕੇ ਓੜਕ ਪਛਤਾਪ ਹੀ ਪੱਲੇ ਪੈਂਦਾ, ਹੋਰ ਤੇ ਕੱਖ ਨਹੀਂ ਪੈਂਦਾ। ਤਾਈਓ ਤੇ ਸਮਝਾਇਆ ਸੀ ਮਨ ਜਾਣਤ ਸਭ ਬਾਤ, ਜਾਣਤ ਹੀ ਅਵਗੁਣ ਕਰੇ, ਕਾਹੇ ਕੀ ਕੁਸ਼ਲਾਤ ਹਾਥ ਦੀਪ ਕੂਐ ਪਰ। ਕਹਿਣ ਲੱਗੇ ਮਨ ਸਾਰੀ ਬਾਤ ਜਾਣਦਾ ਹੈ। ਇਹ ਵੇਖ ਭੈੜਾ ਕਰਮ ਕਰਨ ਲੱਗਿਆ, ਇਹ ਸ਼ਰਾਬੀ ਨੂੰ ਠੇਕੇ ਵਾਲੇ ਪਾਸੇ ਮੁੜਨ ਤੋਂ ਵੀ ਰੋਕਦਾ ਹੀ ਹਰ ਰੋਜ਼ ਮੋੜਦਾ ਹੀ ਹਰ ਰੋਜ਼, ਕਿ ਨਾ ਭਾਊ ਇੱਧਰ ਨੂੰ ਨਾ ਜਾ, ਘਰੇ ਜਾ ਕੇ ਫਿਰ ਕਲੇਸ਼ ਪੈਣਾ ਹੈ। ਪਰ ਇਹਦੀ ਮਨ ਦੀ ਚੰਗੀ ਕਹੀ ਹੋਈ ਬਾਤ ਨੂੰ ਤੂੰ ਪਾਸੇ ਕਰਕੇ ਉਧਰ ਨੂੰ ਤੁਰਦਾ ਹੈ। ਜਿਸ ਦਿਨ ਕੇਸਾਂ ਨੂੰ ਕੂਚੀ ਲਾਉਣ ਲੱਗਾ ਸੈ, ਉਸ ਦਿਨ ਵੀ ਇਹਨੇ ਸੁਨੇਹਾ ਦਿੱਤਾ ਸੀ, ਚੇਤਾ ਰੱਖੀ ਤੂੰ ਗੁਰੂ ਕਾ ਸਿੱਖ ਖਵਾਉਂਦਾ ਹੈ, ਵੇਖੀ ਕਿਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸਿੱਖੀ ਨੂੰ ਲਾਜ ਨਾ ਲਾ ਦੇਵੀਂ। ਇਹਦੀ ਚੰਗੀ ਬਾਤ ਪਾਸੇ ਕਰਕੇ ਨਾਈ ਦੀ ਦੁਕਾਨ ਤੇ ਜਾ ਕੇ ਬੈਠਾ ਨਾ। ਜਿੱਦਣ ਸਮਾਧ ਤੇ ਦੀਵਾ ਜਗਾਉਣ ਜਾਣ ਲੱਗਦਾ ਹੈ, ਤੇਰਾ ਖੁੱਲਾ ਦਾੜਾ ਤੈਨੂੰ ਸੁਨੇਹਾ ਜ਼ਰੂਰ ਦਿੰਦਾ ਹੈ, ਵੇਖੀ ਕਿਤੇ ਇੱਧਰ ਨੂੰ ਨਾ ਚਲਿਆ ਜਾਵੇਂ। ਦੁਨੀਆ ਦੇ ਲੋਕਾਂ ਨੇ ਕਹਿਣਾ ਕੋਈ ਸਿੱਖ ਮੁਰਦਿਆਂ ਦੀਆਂ ਸਮਾਧਾਂ ਤੇ ਤੇਲ ਪਾਉਂਦਾ ਫਿਰਦਾ ਸੀ, ਇਹਦੀ ਬਾਤ ਪਾਸੇ ਕਰਕੇ ਹੀ ਉੱਥੇ ਪਹੁੰਚਿਆ ਨਾ ਤੂੰ। ਇਸ ਕਰਕੇ ਗੁਰਦੇਵ ਬਖਸ਼ਿਸ਼ ਕਰਦੇ ਹਨ ਭਾਈ, ਇਹ ਸਾਰੇ ਹੀ ਅਵਗਣ ਕਰਕੇ ਪਛਤਾਪ ਹੀ ਓੜਕ ਪੱਲੇ ਪਿਆਣ। ਇਸ ਕਰਕੇ ਗੁਣਾਂ ਦਾ ਗ੍ਰਾਹੀ ਬਣ, ਅਵਗੁਣਾਂ ਨੂੰ ਛੋੜਨਾ ਕਰ, ਅਵਗਣ ਤਿਆਗ ਦੇਣਾ ਕਰ ਭਾਈ। ਸਾਰੇ ਅਪਸਰ ਕੀ ਸਾਰ ਨਾ ਜਾਣੇ। ਕਹਿੰਦੇ ਤੈਨੂੰ ਸਰ ਗ੍ਰਹਿਣ ਕੀ ਕਰਨਾ ਹੈ ਤੇ ਤਿਆਗਣਾ ਕੀ ਹੈ। ਬਾਤ ਇਹ ਹੈ ਕਿ ਤੂੰ ਇਸ ਦੀ ਸਾਰ ਹੀ ਨਹੀਂ ਜਾਣਦਾ, ਇਹ ਸਮਝੀ ਪੱਲੇ ਨਹੀਂ ਪਈ ਕਿ ਤਿਆਗਣ ਵਾਲੀ ਚੀਜ਼ ਕੀ ਸੀ ਤੇ ਗ੍ਰਹਿਣ ਕਰਨ ਵਾਲੀ ਚੀਜ਼ ਕੀ ਸੀ। ਤਿਆਗਣਾ ਸੀ ਕਾਮ ਕ੍ਰੋਧ ਲੋਭ ਮੋਹ ਹੰਕਾਰ, ਗ੍ਰਹਿਣ ਕਰਨਾ ਸੀ ਸਤ ਸੰਤੋਖ ਦਇਆ ਧਰਮ ਨਾਮ ਦਾਨ ਤੇ ਇਸ਼ਨਾਨ। ਜੇ ਭਾਈ ਪਹਿਲੀ ਵਸਤੂ ਬਾਹਰ ਕੱਢਦਾ ਤੇ ਤਾਂ ਹੀ ਨਵੀਂ ਲਿਆ ਕੇ ਉੱਥੇ ਟਿਕਾਉਂਦਾ ਨਾ, ਪਹਿਲਾਂ ਜਿਹੜਾ ਭਰਿਆ ਹੋਇਆ ਸੀ ਉਹਨੂੰ ਪਾਸੇ ਕੀਤਾ ਹੀ ਨਹੀਂ। ਮਹਾਰਾਜ ਇਹ ਜਾਂਦੇ ਨਹੀਂ, ਕੀ ਕਰੀਏ? ਗੁਰਦੇਵ ਕਹਿੰਦੇ ਇਹ ਸਾਰੇ ਦੇ ਸਾਰੇ ਸੇਵਾ ਵਿੱਚ ਲੱਗ ਜਾਂਦੇ ਨੇ। ਸੇਵਾ ਵਿੱਚ ਜਿਹੜਾ ਗੁਰੂ ਕਾ ਸਿੱਖ ਗੁਰੂ ਸਾਹਿਬ ਜੀ ਦੇ ਚਰਨਾਂ ਨਾਲ ਜੁੜ ਜਾਂਦਾ ਹੈ ਨਾ ਭਾਈ, ਇਹ ਸਾਰੇ ਹੀ ਉਹਦੀ ਸੇਵਾ ਵਿੱਚ ਲੱਗ ਜਾਂਦੇ ਹਨ। ਇਹ ਸਾਰੇ ਹੀ ਲੋਭ ਤਾਂ ਹੈ ਗੁਰੂ ਕੇ ਸਿੱਖਾਂ ਨੂੰ ਵੀ, ਪਰ ਲੋਭ ਇਹ ਹੈ ਕਿ ਜਿਤਨੀ ਸੇਵਾ ਵੱਧ ਤੋਂ ਵੱਧ ਕੀਤੀ ਜਾਵੇ ਉਹੋ ਹੀ ਚੰਗੀ। ਇਹ ਲੋਭ ਜਿਹੜਾ ਸੇਵਾ ਦਾ ਲੱਗਾ ਹੋਇਆ ਲਾਲਚ, ਤੁਸੀਂ ਵੇਖਿਓ ਕਿਤੇ ਸਿੰਘਾਂ ਦੇ ਵਿੱਚ ਸੇਵਾ ਦਾ ਕਿੰਨਾ ਲੋਭ ਤੇ ਲਾਲਚ ਹੈ। ਜਿਹੜੇ ਸੇਵਾਦਾਰ ਸੇਵਾ ਕਰਦੇ ਨੇ ਸੇਵਾ ਪਿੱਛੇ ਲੜਦੇ ਵੇਖੋਗੇ, ਸੇਵਾ ਪਿੱਛੇ ਆਹ ਸੇਵਾ ਮੈਂ ਕਰਨੀ। ਜੇ ਕੋਈ ਪਿੱਛੇ ਭਲਿਆ ਮਾਨਸਾ ਇਹਦੀ ਤਨਖਾਹ ਜ਼ਿਆਦਾ, ਨਹੀਂ ਭਾਈ ਇਹ ਮੇਰੀ ਸੇਵਾ, ਇਹ ਮੈਂ ਛੱਡ ਨਹੀਂ ਸਕਦਾ। ਇਹ ਲੋਭ ਗੁਰੂ ਕੇ ਸਿੱਖਾਂ ਵਿੱਚ ਵੜ ਗਿਆ।
ਸੋ ਭਾਈ ਫਿਰ ਇਸੇ ਤਰੀਕੇ ਦੇ ਨਾਲ ਜਦੋਂ ਕਿਸੇ ਦੀ ਬੜੀ ਪਿਆਰੀ ਵਸਤੂ ਖੋਈ ਜਾਵੇ ਤੇ ਉਹ ਕ੍ਰੋਧੀ ਹੁੰਦਾ ਹੈ। ਐਵੇਂ ਹੀ ਗੁਰਸਿੱਖਾਂ ਦੀ ਸੇਵਾ ਵਿੱਚ ਕ੍ਰੋਧ ਲੱਗ ਗਿਆ। ਕਿਵੇਂ ਕ੍ਰੋਧੀ ਕਦੋਂ ਹੋਏ? ਜਦੋਂ ਨਿਤਨੇਮ ਦਾ ਸਮਾਂ ਖੁੰਝਦਾ ਜਾਪਿਆ, ਗੱਲਾਂ ਵਾਲੇ ਗਾਲੜੀ ਮੇਰੇ ਵਰਗੇ ਲਾਗੇ ਆਣ ਕੇ ਬਹਿ ਗਏ, ਫਿਰ ਵੀਰ ਰਸ ਵਿੱਚ ਆ ਗਏ, ਜਾਓ ਭਾਈ ਚਲੇ ਜਾਓ, ਕੋਈ ਸਾਨੂੰ ਕੰਮ ਕਰ ਲੈਣ ਦਿਓ, ਸਾਡਾ ਨਿਤਨੇਮ ਪਿੱਛੇ ਪਾਈ ਜਾਂਦੇ। ਕ੍ਰੋਧ ਤੇ ਆਇਆ, ਪਰ ਕ੍ਰੋਧ ਵੀ ਸੇਵਾ ਵਿੱਚ ਲੱਗਾ ਹੋਇਆ ਹੈ। ਕਾਮੀ ਸੁਭਾਅ ਨਹੀਂ ਹੈ ਗੁਰੂ ਕੇ ਸਿੱਖਾਂ ਦਾ। ਕਾਮ ਕੀ ਹੈ? ਕਾਮਨਾ ਇੱਕੋ ਹੀ ਚਿੱਤ ਦੀ ਬਣ ਗਈ ਹੈ, ਜਿੰਨਾ ਨਾਮ ਸਿਮਰਨ ਅਭਿਆਸ ਕੀਤਾ ਜਾਵੇ ਓਨਾ ਹੀ ਥੋੜਾ। ਇਹ ਕਾਮਨਾ ਇੱਛਾ ਬਣ ਚੁੱਕੀ ਹੈ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਦੀ। ਮੋਹ ਕਿੰਨਾ ਨਾਲ ਹੈ? ਜੋ ਦੀਸੈ ਗੁਰ ਸਿੱਖੜਾ ਤਿਸ ਨਿਵ ਨਿਵ ਲਾਗੋ ਪਾਏ ਜੀਓ। ਇਹ ਮੋਹ ਬਣ ਗਿਆ ਹੈ। ਹੰਕਾਰ ਕੀ ਹੈ? ਮਾਣ ਕਰੋ ਤਦ ਉਪਰੇ। ਇਹ ਸੁੰਦਰ ਸ੍ਰੇਸ਼ਟ ਹੰਕਾਰ ਉਹ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਦਾ ਬਣ ਗਿਆ ਹੈ। ਪਰ ਗੱਲ ਕੀ ਭਾਈ, ਸਾਨੂੰ ਮੇਰੇ ਵਰਗਿਆਂ ਮੂਰਖਾਂ ਨੂੰ ਇਹ ਪਤਾ ਹੀ ਨਹੀਂ ਕਿ ਤਿਆਗਣਾ ਕੀ ਤੇ ਗ੍ਰਹਿਣ ਕੀ ਕਰਨਾ ਸੀ। ਫਿਰ ਫਿਰ ਕੀਚ ਬੁਢਾਹੀ ਜੀਓ। ਕਹਿੰਦੇ ਫਿਰ ਫਿਰ ਕੇ ਓੜਕ ਕਿਚੜ ਵਿੱਚ ਹੀ ਵੜਦਾ ਹੈ, ਕਿਚੜ ਦੇ ਵਿੱਚ ਹੀ। ਓੜਕ ਚਿੱਕੜ ਹੀ ਜਿਹੜਾ ਹੈ ਉਹਦਾ ਹੀ ਗ੍ਰਾਹੀ ਹੋਇਆ ਹੈ। ਵਿਕਾਰਾਂ ਰੂਪੀ ਚਿੱਕੜ ਖਾ ਕਰਕੇ ਆਪਣੇ ਚਿੱਤ ਦੀ ਪ੍ਰਸ਼ੰਸਾ ਕਰਦਾ ਹੈ ਜੇ। ਅੰਤਰ ਮੈਲ ਲੋਭ ਬਹੁ ਝੂਠੇ। ਕਹਿੰਦੇ ਭਾਈ ਅੰਤਰ ਹਿਰਦੇ ਦੇ ਵਿੱਚ ਮੈਲ ਲੱਗੀ ਹੋਈ ਹੈ ਬਹੁਤੀ ਭਾਰੀ ਵਿਕਾਰਾਂ ਦੀ। ਬਹੁਤਾ ਝੂਠ ਤੇ ਫਰੇਬ ਕਰੀ ਜਾਂਦਾ ਹੈ। ਬਾਹਰ ਨਾਵੋ ਕਾਹੀ ਜੀਓ। ਤੇ ਗੁਰਦੇਵ ਕਹਿੰਦੇ ਜੇ ਭਾਈ ਬਾਹਰੋਂ ਨਹਾਈ ਵੀ ਜਾਵੇ ਤੇ ਕੀ ਅਵਸਥਾ ਭਲਾ ਬਣ ਜਾਵੇਗੀ ਜੇ ਅੰਦਰ ਵਿਕਾਰਾਂ ਰੂਪੀ ਮੈਲ ਲੱਗੀ ਹੋਈ ਹੈ। ਜਿਹਨੂੰ ਆਪਾਂ ਗੁਰੂ ਕੀ ਬਾਣੀ ਪੜ੍ਹਦੇ ਹਾਂ, ਬਾਹਰੋਂ ਧੋਤੀ ਤੁੰਮੜੀ ਅੰਦਰ ਵਿਸ ਨਕੋਰ। ਜੇ ਭਾਈ ਤੁੰਮੇ ਨੂੰ ਬਾਹਰੋਂ ਧੋਈ ਵੀ ਜਾਈਏ ਤੇ ਉਹਦੇ ਅੰਦਰ ਦਾ ਜ਼ਹਿਰ ਖਤਮ ਨਹੀਂ ਹੋ ਸਕਦਾ। ਇਸੇ ਤਰੀਕੇ ਦੇ ਨਾਲ ਇਹਦਾ ਇਹ ਭਾਵ ਨਹੀਂ ਕਿ ਇਸ਼ਨਾਨ ਕਰਨਾ ਹੀ ਛੱਡ ਦੇਣਾ ਹੈ। ਮਿੱਤਰਾ, ਗੁਰੂ ਸਾਹਿਬ ਜੀ ਨੇ ਸਮਝਾਇਆ ਹੈ ਕਿ ਨਾਮ ਸਿਮਰਨ ਅਭਿਆਸ ਦੇ ਨਾਲ ਅੰਦਰ ਦੀ ਗੰਦਗੀ ਸਾਫ਼ ਹੋ ਜਾਂਦੀ। ਅੰਦਰ ਦੀ ਗੰਦਗੀ ਇੱਥੇ ਇਹ ਸਮਝਾ ਰਹੇ ਨੇ ਗੁਰਸਿੱਖਾ, ਘਰ ਦੇ ਦਿਵਾਲੇ ਝਾੜੂ ਮਾਰਨ ਦੇ ਨਾਲ ਘਰ ਦੇ ਅੰਦਰ ਦੀ ਗੰਦਗੀ ਨਹੀਂ ਨਿਕਲਣੀ। ਜੇ ਘਰ ਨੂੰ ਸੰਭਾਲਣਾ ਹੈ ਤੇ ਉਹੋ ਹੀ ਝਾੜੂ ਪਕੜ ਕਰਕੇ ਉਹ ਅੰਦਰ ਜਾ ਕੇ ਵੀ ਲਾਉਣਾ ਪਵੇਗਾ। ਇਹ ਘਰ ਰੂਪੀ ਜਿਹੜਾ ਇਹ ਸਰੀਰ ਪਰਮੇਸ਼ਰ ਵਾਹਿਗੁਰੂ ਨੇ ਦਿੱਤਾ ਹੋਇਆ ਸੁੰਦਰ, ਇਹਨੂੰ ਬਾਹਰ ਧੋਣ ਦੇ ਨਾਲ ਨਾਲ ਗੁਰਦੇਵ ਕਹਿੰਦੇ ਅੰਦਰੋਂ ਵੀ ਧੋਣਾ ਪਵੇਗਾ। ਅੰਦਰੋਂ ਵੀ। ਅੰਦਰੋਂ ਧੋਤਾ ਕਿਵੇਂ ਜਾਵੇਗਾ? ਨਾਮ ਸਿਮਰਨ ਅਭਿਆਸ ਦੇ ਨਾਲ। ਨਾਮ ਰੂਪੀ ਝਾੜੂ ਜਿਹੜਾ ਹੈ ਜ਼ਬਾਨ ਰੂਪੀ ਹੱਥ ਦੇ ਨਾਲ ਪਕੜ ਕਰਕੇ ਜਦੋਂ ਪੁਣਾਹ ਪੁਣਾਹ ਫੇਰੇਗਾ ਤੇ ਫਿਰ ਕੀ ਹੋਏਗਾ? ਵਾਹਿਗੁਰੂ ਗੁਰ ਮੰਤਰ ਹੈ ਜਪ ਹਉਮੈ ਖੋਈ। ਇਹਦੇ ਨਾਲ ਐਸੀ ਭਾਈ ਮਨ ਦੇ ਵਿੱਚ ਖੇੜਾ ਬਣੇਗਾ, ਐਸੀ ਸਫਾਈ ਹੋਵੇਗੀ ਜਿਹੜੀ ਹਉਮੈ ਦੀਰਘ ਰੋਗ ਹੈ, ਜਿਹੜਾ ਵੱਡਾ ਰੋਗ ਸੀ ਨਾ ਹਉਮੈ ਦਾ, ਉਹ ਵੀ ਨਾਸ ਹੋ ਜਾਵੇਗਾ। ਕਦੀ ਵਾਸਤੇ ਅੰਦਰ ਰਹੇਗਾ ਨਹੀਂ। ਪਰ ਕਦੋਂ? ਜਦੋਂ ਇਹ ਪਤਾ ਲੱਗ ਜਾਵੇ ਕਿ ਇਹਨੂੰ ਛੱਡਣਾ ਹੈ। ਇਸ ਕਰਕੇ ਗੁਰਦੇਵ ਸਤਿਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਬਾਹਰ ਦਾ ਨਾਤਾ ਪ੍ਰਵਾਨ ਨਹੀਂ ਜੇ ਅੰਦਰ ਭਾਈ ਗੰਦਗੀ ਭਰੀ ਹੋਈ ਹੈ। ਨਿਰਮਲ ਨਾਮ ਜਪੋ ਸਦ ਗੁਰਮੁਖ। ਫਿਰ ਮਹਾਰਾਜ ਕਿਵੇਂ ਉਜਲੇ ਹੋਈਏ? ਕਹਿੰਦੇ ਨਿਰਮਲ ਨਾਮ ਜਿਹੜਾ ਸਾਰੀਆਂ ਮੈਲਾਂ ਨੂੰ ਲਾਉਣ ਵਾਲਾ ਹੈ, ਨਾਮ ਪਰਮੇਸ਼ਰ ਵਾਹਿਗੁਰੂ ਦਾ, ਉਹਨੂੰ ਗੁਰਮੁਖਾਂ ਦੀ ਸੰਗਤ ਵਿੱਚ ਜਾ ਕਰਕੇ ਜਪਣਾ ਕਰੋ। ਅੰਤਰ ਕੀ ਗਤ ਤਾਹੀ ਜੀਓ। ਐਸੇ ਹੈ ਭਾਈ ਸਤਿਗੁਰੂ ਸਾਹਿਬ ਜੀ ਵਰਗਾ ਕੌਣ ਹੈ ਸੰਸਾਰ ਦੇ ਉੱਤੇ? ਪਹਿਲਾਂ ਰੋਗ ਦੱਸਿਆ, ਫਿਰ ਦਵਾਈ ਦੱਸ ਰਹੇ ਨੇ। ਪਹਿਲਾਂ ਦੱਸਿਆ ਅੰਦਰ ਦੀ ਗੰਦਗੀ ਸਾਫ਼ ਕਰਨੀ ਪਵੇਗੀ। ਗੁਰਦੇਵ ਮੈਂ ਤੇ ਅਲਪੱਗ ਹਾਂ, ਬਸਮਝ ਹਾਂ, ਮੈਨੂੰ ਨਹੀਂ ਪਤਾ ਇਹ ਅੰਦਰ ਦੀ ਗੰਦਗੀ ਕਿਵੇਂ ਸਾਫ਼ ਹੋਵੇਗੀ। ਗੁਰਦੇਵ ਬਖਸ਼ਿਸ਼ ਕਰੋ, ਸਮਝਾ ਦੇਵੋ। ਜੇ ਮੈਨੂੰ ਪਤਾ ਲੱਗ ਜਾਵੇ ਤੇ ਮੈਂ ਕੋਈ ਯਤਨ ਕਰਾਂ। ਕਹਿਣ ਲੱਗੇ ਭਾਈ ਹਾਂ ਆ ਤੈਨੂੰ ਦੱਸੀਏ। ਨਿਰਮਲ ਨਾਮ ਜਪੋ ਸਦ ਗੁਰਮੁਖ ਅੰਤਰ ਕੀ ਗਤ ਤਾਹੀ ਜੀ। ਕਹਿਣ ਲੱਗੇ ਨਿਰਮਲ ਨਾਮ ਨੂੰ ਜਪਣਾ ਕਰ ਗੁਰਮੁਖਾਂ ਦੀ ਸੰਗਤ ਵਿੱਚ। ਮਹਾਰਾਜ ਹੁਣੇ ਤੇ ਤੁਸੀਂ ਕਹਿ ਰਹੇ ਸੀ ਅੰਦਰ ਗੰਦਗੀ ਹੈ ਤੇ ਹੁਣ ਨਾਮ ਜਪਣ ਲਈ ਕਹਿ ਦਿੱਤਾ, ਕੀ ਹੋਵੇਗਾ? ਕਹਿਣ ਲੱਗੇ ਅੰਤਰ ਕੀ ਗਤ ਤਾਹੀ ਜੀਓ। ਗੁਰਮੁਖਾਂ ਦੀ ਸੰਗਤ ਵਿੱਚ ਬੈਠ ਕਰਕੇ ਜਦੋਂ ਨਾਮ ਜਪੇਗਾ ਤੇ ਫਿਰ ਅੰਦਰ ਦੀ ਗਤੀ ਹੋ ਜਾਵੇਗੀ, ਅੰਦਰ ਧੋਤਾ ਜਾਵੇਗਾ। ਬਾਸ਼ਰਤੇ ਕਿ ਜਿਨ੍ਹਾਂ ਦੇ ਪਾਸ ਜਾਵੇਂ ਉਹ ਗੁਰਮੁਖ ਸੱਜਣ ਹੋਣ। ਸਤ ਸੰਗਤ ਵਿੱਚ ਮਿਲ ਕਰਕੇ ਪਰਮੇਸ਼ਰ ਵਾਹਿਗੁਰੂ ਦੀ ਕੀਰਤੀ ਕਹਿ ਰਸਨਾ ਦੁਆਰਾ
ਤੇਰੇ ਤੇ ਇਹ ਬਖਸ਼ਿਸ਼ ਹੋ ਜਾਵੇਗੀ। ਪਰ ਹਰ ਲੋਭ ਨਿੰਦਾ ਕੂੜ ਤਿਆਗੋ। ਹਾਂ ਭਾਈ, ਕੁਝ ਹੋਰ ਚੀਜ਼ਾਂ ਜਿਵੇਂ ਦਵਾਈ ਦੇਣ ਵਾਲਾ ਵੈਦ ਜਿਹੜਾ ਹੈ ਉਹ ਦਵਾਈ ਵੀ ਦਿੰਦਾ ਹੈ ਤੇ ਨਾਲ ਪਰਹੇਜ਼ ਵੀ ਦੱਸਦਾ, ਪਰਹੇਜ਼ ਕਿ ਆਹ ਭਾਈ ਤੈਨੂੰ ਪਰਹੇਜ਼ ਜ਼ਰੂਰ ਕਰਨੇ ਪੈਣਗੇ। ਸੋ ਗੁਰਦੇਵ ਜੀ ਨੇ ਵੀ ਬਾਹੋਂ ਪਕੜ ਲਿਆ, ਸਿੱਖਾ ਆ ਦਵਾਈ ਤੇ ਨਾਮ ਰੂਪੀ ਛਕੀ, ਪਰ ਨਾਲ ਦੇ ਨਾਲ ਆ ਕੁਝ ਪਰਹੇਜ਼ ਨੇ ਇਹ ਤੈਨੂੰ ਕਰਨੇ ਪੈਣਗੇ। ਉਹ ਵੀ ਕਹਿੰਦੇ ਨਾ ਤਿਆਗ ਦਵੀਂ, ਤੂੰ ਲੂਣਾ ਸਲੂਣਾ ਨਾ ਖਾਵੀਂ, ਤਲਿਆ ਨਾ ਖਾਵੀਂ, ਤੇਰਾ ਕੋਲੈਸਟਰੋਲ ਵੱਧਦਾ ਹੀ ਬਹੁਤਾ ਜ਼ਿਆਦਾ, ਤਲਿਆ ਖਾਵੇਂਗਾ ਤੇ ਹਾਰਟ ਅਟੈਕ ਹੋ ਜਾਵੇਗਾ। ਇਵੇਂ ਗੁਰਦੇਵ ਜੀ ਨੇ ਵੀ ਬਾਹੋਂ ਪਕੜ ਕੇ ਛੱਡਣਾ ਪਵੇਗਾ, ਪਰ ਹਰ ਨਾਮ ਹੈ ਤਿਆਗਣ ਦਾ। ਠੀਕ ਹੈ ਮਹਾਰਾਜ, ਛੱਡ ਦੇਵਾਂਗੇ। ਕਹਿੰਦੇ ਜਦੋਂ ਨਾਮ ਰੂਪੀ ਦਵਾਈ ਖਾਇਆ ਕਰੇ ਤੇ ਛੱਡ ਦਵੀਂ, ਪਰ ਹਰ ਲੋਭ ਨਿੰਦਾ ਕੂੜ ਤਿਆਗੋ। ਹਰ ਦੇ ਮਨ ਦੇ ਅੰਦਰੋਂ ਲੋਭ ਜਿਹੜਾ ਏ ਇਹ ਨਾਸ ਕਰ ਦੇ। ਜਿਹੜਾ ਵਾਧੂ ਲੋਭ ਲੱਗਾ ਹੋਇਆ ਪਰਾਏ ਤਨ ਤੇ ਧਨ ਦਾ, ਇਹਨੂੰ ਤਿਆਗ ਦੇਣਾ ਕਰ। ਫਿਰ ਹੋਰ ਮਹਾਰਾਜ ਕਹਿਣ ਲੱਗੇ, ਭਾਈ ਨਿੰਦਾ ਤਿਆਗ ਦੇ। ਨਿੰਦਾ ਕੀ ਹੈ? ਹੋਣ ਤੇ ਗੁਣ ਪਰ ਦੱਸੇ ਔਗਣ, ਕਿਸੇ ਮਨੁੱਖ ਚ ਅਣਹੋਏ ਦੋਸ਼ ਰੋਪਣੇ ਅਣਹੋਏ। ਉਹਦੇ ਗੁਣਾਂ ਨੂੰ ਵੀ ਔਗਣ ਦੱਸ ਕਰਕੇ ਤੇ ਉਹਦੀ ਨਿੰਦਿਆ, ਉਹਦੀ ਬੇਇੱਜ਼ਤੀ ਕਰਨ ਦਾ ਯਤਨ ਕਰਨਾ। ਗੁਰਦੇਵ ਕਹਿੰਦੇ ਇਹ ਵੀ ਤਿਆਗ ਦੇਣਾ ਕਰ, ਲੋਭ ਤਿਆਗ। ਫਿਰ ਮਹਾਰਾਜ ਹੋਰ ਕਹਿਣ ਲੱਗੇ, ਭਾਈ ਕੂੜ ਨਾਮ ਹੈ ਝੂਠ ਦਾ। ਗੁਰੂ ਕਾ ਸਿੱਖ ਏਡਾ ਉੱਚੇ ਕਰੈਕਟਰ ਦਾ ਹੋਵੇ ਕਿ ਉਹਦੀ ਜ਼ਬਾਨ ਤੋਂ ਝੂਠ ਨਿਕਲੇ ਹੀ ਨਾ। ਖਾਫੀ ਖਾਂ ਵਰਗੇ ਜਿਹੜੇ ਗੁਰਸਿੱਖਾਂ ਨੂੰ, ਗੁਰੂ ਕੇ ਸਿੰਘਾਂ ਨੂੰ ਸੱਦ ਲਿਖਦੇ ਨੇ, ਸੱਦ ਨਾਮ ਕੁੱਤੇ ਦਾ ਹੁੰਦਾ। ਉਹ ਲਿਖਣ ਵਾਲੇ ਵੀ ਸਿੱਖਾਂ ਦਾ ਕਰੈਕਟਰ ਲਿਖਦੇ ਲਿਖਦੇ ਇਹ ਲਿਖਣ ਲਈ ਮਜਬੂਰ ਹੋ ਗਏ। ਕਹਿਣ ਲੱਗੇ, ਦੁਨੀਆ ਦੇ ਲੋਕੋ ਇੱਕ ਗੱਲ ਤੁਹਾਨੂੰ ਦੱਸ ਦਈਏ, ਇਹ ਗੁਰੂ ਕਾ ਜਿਹੜਾ ਖਾਲਸਾ ਹੈ ਨਾ, ਇਹ ਸਿੱਖ ਕਦੀ ਜ਼ਬਾਨ ਤੋਂ ਝੂਠ ਨਹੀਂ ਬੋਲਦੇ। ਕਹਿੰਦੇ ਇੱਥੋਂ ਤੱਕ ਜੰਗ ਵਿੱਚ ਹੋਣ ਤੇ ਕੋਈ ਇਹਨਾਂ ਨੂੰ ਪੁੱਛ ਲਵੇ ਨਾ ਜਾ ਕੇ, ਇਹਨਾਂ ਦਾ ਦੁਸ਼ਮਣ ਵੀ, ਕਿ ਤੁਹਾਡੀ ਫੌਜ ਦੀ ਕਿਹੜੇ ਪਾਸੇ ਢਲਿਆਈ ਏ ਤੇ ਕਿਹੜੇ ਪਾਸੇ ਤਗੜਾਈ ਏ, ਤੇ ਕਹਿੰਦੇ ਸੱਚ ਹੀ ਦੱਸ ਦਿੰਦੇ ਕਿ ਆਹ ਪਾਸਾ ਥੋੜਾ ਜਿਹਾ ਢਿੱਲਾ। ਝੂਠ ਨਹੀਂ ਬੋਲਦੇ, ਇਹ ਇਹੋ ਜਿਹੇ ਹਨ। ਫਿਰ ਇੱਥੋਂ ਤੱਕ ਉਹਨੇ ਲਿਖ ਦਿੱਤਾ, ਕਹਿੰਦਾ 100 ਜਾਣਾ ਕਚਹਿਰੀ 'ਚ ਖਲੋਤਾ ਇੱਕ ਗੱਲ ਕਹਿੰਦਾ ਹੋਵੇ, ਇੱਕ ਸਿੱਖ ਜਾ ਕੇ ਗੱਲ ਕਵੇ ਕਿ ਇਹ ਐਵੇਂ ਨਹੀਂ ਐਵੇਂ ਆ, ਕਹਿੰਦਾ 100 ਬੰਦਾ ਝੂਠ ਬੋਲ ਸਕਦਾ ਹੈ, ਪਰ ਸਿੱਖ ਦੀ ਜ਼ਬਾਨ ਤੋਂ ਝੂਠ ਨਹੀਂ ਨਿਕਲ ਸਕਦਾ। ਇਹ ਸਿੱਖ ਦਾ ਕਰੈਕਟਰ ਹੈ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ, ਭਾਈ ਕੂੜ ਝੂਠ ਦਾ ਤਿਆਗ ਕਰਨਾ ਕਰ। ਤੇ ਭਾਈ ਸੱਚ ਕਿਹੜਾ ਬੋਲਣਾ? ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ। ਗੁਰਦੇਵ ਜੀ ਕਹਿੰਦੇ ਹਨ, ਭਾਈ ਜਿੱਥੇ ਧਰਮ ਰਹਿੰਦਾ ਹੋਵੇ ਸੱਚ ਬੋਲਣ ਦੇ ਨਾਲ, ਉਹ ਸੱਚ ਬੋਲਣਾ ਕਰ। ਜੇ ਧਰਮ ਰਹਿੰਦਾ ਹੈ ਸੱਚ ਬੋਲਣ ਦੇ ਨਾਲ, ਤੇ ਝੂਠ ਗੁਰੂ ਕਾ ਸਿੱਖ ਬੋਲੇਗਾ ਕਿਉਂ? ਤੇ ਹੁਣ ਮਨ 'ਚ ਵਿਚਾਰ ਆ ਜਾਵੇਗੀ ਜੀ, ਆ ਕਈ ਬੇਵਕੂਫ ਲੋਕਾਂ ਨੇ ਇਹ ਦਲੀਲਾਂ ਦਿੱਤੀਆਂ ਜੀ, ਫਿਰ ਚੰਦੂ ਨੇ ਸੱਚ ਬੋਲਿਆ ਸੱਚ, ਤੇ ਉਹਨੂੰ ਕਿਉਂ ਮਾੜਾ ਕਹਿੰਦੇ ਹੋ? ਭਾਈ ਗੁਰਦੇਵ ਜੀ ਨੇ ਕਿਹਾ ਝੂਠ ਨਾ ਬੋਲੀਏ। ਜਿੱਥੇ ਸੱਚ ਬੋਲਣ ਦੇ ਨਾਲ ਕੌਮ ਦਾ ਤੇ ਪੰਥ ਦਾ ਨੁਕਸਾਨ ਹੁੰਦਾ ਹੈ। ਕਿਸੇ ਨੇ ਸੁਨੇਹਾ ਤੇ ਨਹੀਂ ਸੀ ਦਿੱਤਾ ਉਹਨੂੰ, ਗੁਰੂ ਸਾਹਿਬ ਜੀ ਨੇ ਪ੍ਰੇਰਿਆ ਤੇ ਨਹੀਂ ਸੀ ਕਿ ਜਾ ਕੇ ਉੱਥੇ ਕਚਹਿਰੀ 'ਚ ਫੜਾ ਦੇ। ਉਹਨੂੰ ਮੁਖਬਰੀ ਕਹਿੰਦੇ ਨੇ, ਮੁਖਬਰੀ ਮਨ ਦੇ ਲੋਭ ਤੇ ਲਾਲਚ ਕਰਕੇ ਕੀਤੀ ਹੋਈ ਹੈ। ਗੁਰੂ ਕਾ ਸਿੱਖ ਸੱਚ ਬੋਲਦਾ ਹੈ। ਕਿਹੋ ਜਿਹੇ ਸੱਚ ਪ੍ਰਤੱਗੀ ਹਨ ਗੁਰੂ ਕੇ ਸਿੱਖ। ਮਹਾਂਪੁਰਖਾਂ ਦੀ ਕਥਾ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦੀ ਦੱਸੀ ਸਿੰਘਾਂ ਨੇ। ਜਦੋਂ ਚੰਦੋ ਕਲਾ ਤੋਂ ਮਹਾਂਪੁਰਖ ਆਏ ਨਾ ਵਾਪਸ, ਜਦੋਂ ਘੇਰਾ ਪਾ ਲਿਆ ਉੱਥੋਂ ਦੀ ਪੁਲਿਸ ਨੇ, ਤੇ ਰਸਤੇ ਵਿੱਚ ਜਿਹੜੇ ਸਿੰਘ ਨਾਲ ਸਨ ਉਹਨਾਂ ਗੁਰਮੁਖਾਂ ਪਾਸੋਂ ਜੋ ਗਾਥਾ ਸੁਣੀ, ਅਗਾਂਹ ਦੀ ਅਗਾਂਹ ਸਿੰਘਾਂ ਪਾਸੋਂ ਜੋ ਬਚਨ ਸੁਣਨ ਨੂੰ ਮਿਲੇ, ਉਹ ਇਹ ਕਿ ਜਦੋਂ ਰਸਤੇ 'ਚ ਨਾਕਾ ਲੱਗਾ ਹੋਇਆ ਸੀ ਤੇ ਜੀਪ 'ਚ ਬੈਠੇ ਤੇ ਸ਼ਸਤਰ ਵੀ ਕੋਲ ਸਨ ਸਾਰੇ ਸਿੰਘਾਂ ਦੇ, ਤੇ ਸਿੰਘ ਮਨ 'ਚ ਵਿਚਾਰ ਕਰਨ ਲੱਗੇ ਕਿ ਇਹ ਜਿਹੜੇ ਪੁਲਿਸ ਵਾਲੇ ਨੇ ਨਾ, ਇਹ ਸਾਡੇ ਪਾਸੋਂ ਪੁੱਛ ਲੈਣ। ਜੇ ਮਹਾਂਪੁਰਖਾਂ ਤੋਂ ਪੁੱਛਿਆ ਤੇ ਮਹਾਂਪੁਰਖਾਂ ਸੱਚ ਹੀ ਬੋਲਣਾ, ਤੇ ਇੱਥੇ ਫੜੇ ਨਾ ਜਾਈਏ, ਪਿੱਛੋਂ ਤੇ ਘੇਰੇ 'ਚੋਂ ਨਿਕਲ ਆਏ ਹਾਂ। ਖਿਲਾਰ ਲਿਆ ਪੁਲਿਸ ਨੇ, ਤੇ ਕਹਿੰਦੇ ਰੱਬ ਦਾ ਪਾਣਾ ਪੁੱਛਣ ਵੀ ਮਹਾਂਪੁਰਖਾਂ ਪਾਸੋਂ ਹੀ ਲੱਗ ਪਏ। ਬਾਬਾ ਜਰਨੈਲ ਸਿੰਘ ਜੀ ਹੁਣਾਂ ਦੇ ਕੋਲ ਆ ਕੇ ਪੁੱਛਿਆ, ਕਹਿਣ ਲੱਗੇ ਕੌਣ ਹੋ? ਮਹਾਂਪੁਰਖ ਕਹਿਣ ਲੱਗੇ ਭਾਈ ਪੰਜਾਬ ਦੇ ਸਰਦਾਰ ਹਾਂ। ਕਿੱਧਰ ਆਏ ਸੀ? ਕਹਿੰਦੇ ਹਰਿਆਣੇ 'ਚ ਆਏ ਸਾਂ। ਕਹਿੰਦੇ ਹੁਣ
ਕਹਿੰਦੇ ਜਿੱਥੋਂ ਦੇ ਸਰਦਾਰ ਆ ਉੱਥੇ ਹੀ ਵਾਪਸ ਜਾ ਰਹੇ, ਕਹਿੰਦੇ ਚੰਗਾ ਜਾਓ ਜੀ। ਗੁਰੂ ਕਾ ਸਿੱਖ ਭਾਈ ਬੰਦ ਵੀ ਕੱਟਿਆ ਜਾਵੇ ਤੇ ਇਹ ਨਹੀਂ ਕਹਿ ਸਕਦਾ ਕਿ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪੁੱਤ ਤੇ ਗੁਰੂ ਕਾ ਸਿੱਖ ਨਹੀਂ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਕੂੜ ਜਿਹੜਾ ਇਹਨੂੰ ਤਿਆਗਣਾ ਕਰ। ਸੱਚ ਗੁਰ ਬਚਨੀ ਫਲ ਪਾਹੀ ਜੀਓ। ਮਹਾਰਾਜ ਸੱਚ ਨਾ ਕੀ ਹੋਵੇਗਾ, ਕਹਿੰਦੇ ਗੁਰੂ ਕੇ ਬਚਨਾਂ ਦੁਆਰਾ ਫਲ ਦੀ ਪ੍ਰਾਪਤੀ ਹੋ ਜਾਵੇਗੀ। ਨਾਮ ਜਿਹੜਾ ਹੈ ਤੇਰੇ ਹਿਰਦੇ ਵਿੱਚ ਵਸ ਜਾਵੇਗਾ। ਜਿਉ ਭਾਵੈ ਤਿਉ ਰਾਖੋ ਹਰ ਜੀਓ। ਇਸ ਕਰਕੇ ਮਹਾਰਾਜ ਜਦੋਂ ਇਹ ਸਭ ਕੁਝ ਹੀ ਆ ਜਾਵੇ ਫਿਰ ਪੂਰਾ ਹੋ ਜਾਵਾਂਗਾ। ਕਹਿਣ ਲੱਗੇ ਨਹੀਂ ਭਾਈ ਮਹਾਰਾਜ ਮੈਂ ਸਾਰਾ ਹੀ ਛੱਡ ਦਿੱਤਾ, ਨਾਮ ਜਪਣ ਲੱਗ ਪਿਆ, ਅੰਮ੍ਰਿਤ ਦੀ ਪ੍ਰਾਪਤੀ ਹੋ ਗਈ ਤੇ ਫਿਰ ਮੈਂ ਚੌੜਾ ਹੋ ਕੇ ਫਿਰਿਆ ਕਰਾਂ। ਕਹਿਣ ਲੱਗੇ ਨਹੀਂ ਗੁਰਸਿੱਖਾ, ਫਿਰ ਵੀ ਅਰਦਾਸ ਵਿੱਚ ਜੁੜਿਆ ਰਵੇਂ। ਆਖੀ ਜਿਉ ਭਾਵੈ ਤਿਉ ਰਾਖੋ ਹਰ ਜੀਓ। ਇਹ ਗੁਰਦੇਵ ਜਿਵੇਂ ਆਪ ਜੀ ਨੂੰ ਭਾਵੇ ਉਵੇਂ ਮੇਰੀ ਰੱਖਿਆ ਕਰਨਾ ਕਰੋ, ਉਵੇਂ ਰੱਖਿਓ ਜੇ। ਜਨ ਨਾਨਕ ਸ਼ਬਦ ਸਲਾਹੀ ਜੀਓ। ਇਸ ਤਰੀਕੇ ਦੇ ਨਾਲ ਕਹਿੰਦੇ ਸ਼ਬਦਾਂ ਦੁਆਰਾ ਉਹ ਸਤਿਗੁਰੂ ਸਾਹਿਬ ਜੀ ਦੀ ਸਲਾਹਤ ਸਿਫਤ ਕਰਿਆ ਕਰ ਤੂੰ, ਫਿਰ ਤੇਰਾ ਭਲਾ ਹੋ ਜਾਵੇਗਾ। ਇੰਨੇ ਗੁਣ ਨੂੰ ਪ੍ਰਾਪਤ ਕਰਕੇ, ਇੰਨੇ ਗਿਆਨ ਨੂੰ ਪ੍ਰਾਪਤ ਕਰਕੇ ਵੀ ਗੁਰਸਿੱਖਾ ਤੇਰੀ ਰਸਨਾ ਤੋਂ ਅਰਦਾਸ ਵਿਸਰੇ ਨਾ। ਜਿਸ ਦਿਹਾੜੇ ਅਰਦਾਸ ਵਿਸਰ ਗਈ, ਜਿਸ ਦਿਨ ਹੰਕਾਰ ਚ ਆ ਗਿਆ, ਉਸੇ ਦਿਨ ਸਮਝੀ ਕਿ ਇਹ ਜਿਹੜੀ ਹੈ ਬੇੜੀ ਇਹ ਡੁੱਬਣ ਵਾਲੀ ਹੈ। ਇਸ ਕਰਕੇ ਗੁਰਦੇਵ ਜੀ ਨੇ ਬਖਸ਼ਿਸ਼ ਕੀਤੀ ਹੈ ਅਰਦਾਸ ਵਿੱਚ ਸਦਾ ਕਾਲ ਜੀਵਨ ਲੱਗਾ ਰਹੇ। ਭਾਵੇਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਛੁੱਟ ਵੀ ਜਾਈਏ ਤਾਂ ਵੀ ਇਹ ਜਿਹੜਾ ਜੀਵਨ ਹੈ ਇਹ ਅਰਦਾਸੀ ਹੋਵੇ। ਇਹ ਪਾਵਨ ਪਵਿੱਤਰ ਹੁਕਮਨਾਮੇ ਦੁਆਰਾ ਬਖਸ਼ਿਸ਼ ਕੀਤੀ ਹੈ। ਆਓ ਜੋ ਹੁਣ ਪਾਵਨ ਲੜੀਵਾਰ ਕਥਾ ਗੁਰਦੇਵ ਜੀ ਦੀ ਚੱਲ ਰਹੀ ਹੈ ਉਸ ਵਿੱਚ ਜੋ ਬਖਸ਼ਿਸ਼ ਕਰਦੇ ਹਨ ਉਹਦੀ ਵਿਚਾਰ ਕਰੀਏ ਜੇ। ਰਾਮ ਕਲੀ ਦਖਣੀ ਮਹੱਲਾ ਪਹਿਲਾ। ਜਤ ਸਤ ਸੰਜਮ ਸਾਚ ਦ੍ਰਿੜਾਇਆ। ਹੁਣ ਬਖਸ਼ਿਸ਼ ਕਰਦੇ ਹਨ ਰਾਮਕਲੀ ਰਾਗ ਦੇ ਅੰਦਰ। ਇਹ ਦੱਖਣ ਦੇਸ਼ ਦੀਆਂ ਸੰਗਤਾਂ ਨੂੰ ਇੱਥੇ ਪਾਵਨ ਉਪਦੇਸ਼ ਬਖਸ਼ ਰਹੇ ਹਨ। ਨਾਲ ਦੇ ਨਾਲ ਸਿੱਧ ਜਣਾਂ ਦੀ ਸਿੱਧ ਵੀ ਗੁਰੂ ਕੀ ਹਜ਼ੂਰੀ ਵਿੱਚ ਆਏ ਹੋਏ ਨੇ, ਉਹਨਾਂ ਨੂੰ ਵੀ ਪਾਵਨ ਪਵਿੱਤਰ ਉਪਦੇਸ਼ ਬਖਸ਼ ਰਹੇ ਹਨ। ਪਹਿਲੇ ਪਾਤਸ਼ਾਹ ਵੇਖੋ ਦਾਸ ਆਮ ਹੀ ਇਹ ਬੇਨਤੀ ਕਰਦਾ ਹੈ, ਚਿੱਤ 'ਚ ਜੇ ਸ਼ੰਕਾ ਤੇ ਸੰਸਾ ਕੋਈ ਪਾ ਦਵੇ ਕਿ ਗੁਰੂ ਸਾਹਿਬ ਜੀ ਬਚਨ ਨਹੀਂ ਕਰਦੇ, ਪਾਏ ਗੁਰੂ ਕੇ ਹੁਕਮਨਾਮੇ ਸਾਹਿਬ ਤੇ ਲੜੀਵਾਰ ਸ਼ਬਦ ਦੀ ਕਥਾ ਕੇਵਲ ਇੱਕ ਸਾਰ ਹੁੰਦੀ ਹੈ। ਹਰ ਰੋਜ਼ ਜਦੋਂ ਵੀ ਆਪ ਜੀ ਚਿੱਤ ਦੇ ਨਾਲ ਇਸ ਨੂੰ ਸਰਵਣ ਕਰਨਾ ਕਰੋ। ਗੁਰੂ ਕਾ ਬਚਨ ਹੈ, ਪਤਾ ਹੈ ਅੱਜ ਲੜੀਵਾਰ ਕਥਾ ਕੀ ਕਰਾਉਣੀ ਹੈ ਤੇ ਉਹੋ ਹੀ ਹੁਕਮਨਾਮਾ ਗੁਰਦੇਵ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਕੋਈ ਦੂਸਰਾ ਹੁਕਮ ਨਹੀਂ। ਹੁਕਮ ਦੇ ਵਿੱਚ ਅੰਮ੍ਰਿਤ ਦੇ ਗੁਣ ਦੱਸੇ ਸਨ, ਇੱਥੇ ਮਰਿਆਦਾ ਦ੍ਰਿੜ ਕਰਵਾਉਣ ਲੱਗੇ ਹਨ। ਮਹਾਰਾਜ ਜੀ ਅੰਮ੍ਰਿਤ ਜੇ ਧਾਰੀ ਹੋ ਜਾਈਏ ਤੇ ਫਿਰ ਕਿਵੇਂ ਜੀਵਨ ਜੀਏ ਜੀ। ਨਾਲ ਸਿੱਧਾਂ ਨੂੰ ਵੀ ਬਖਸ਼ਿਸ਼ ਕਰ ਰਹੇ ਨੇ, ਨਾਲ ਗੁਰਸਿੱਖਾਂ ਤੇ ਰਹਿਮਤ ਕਰ ਰਹੇ ਹਨ। ਕਹਿੰਦੇ ਜਤ ਸਤ ਸੰਜਮ ਸਾਚ ਦ੍ਰਿੜਾਇਆ। ਭਾਈ ਜਤ ਸਤੀ ਸੋ ਗੁਰੂ ਕਾ ਸਿੱਖ ਜਿਹੜਾ ਜਤ ਸਤ ਦਾ ਪੱਕਾ ਹੋਵੇ। ਕਿਹੋ ਜਿਹਾ ਜੀ, ਜਿਸ ਬਾਬਤ ਆਪਾਂ ਪੜ੍ਹਦੇ ਹਾਂ ਜਤੀ ਕਿਹੋ ਜਿਹਾ ਹੋਵੇ। ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਖਾਂਦਾ। ਇਹ ਜਿਹੜਾ ਜੀਵਨ ਹੈ ਗੁਰੂ ਕੇ ਸਿੱਖ ਦਾ ਹੋਣਾ ਚਾਹੀਦਾ। ਇਹੋ ਜਿਹਾ ਜਤੀ ਹੋਣਾ ਚਾਹੀਦਾ ਸਿੱਖ। ਫਿਰ ਜੀ ਇਸੇ ਤਰੀਕੇ ਦੇ ਨਾਲ ਸਤ ਦਾ ਧਾਰਨੀ ਹੋਣਾ ਚਾਹੀਦਾ ਹੈ। ਸੋ ਕੀ ਸਤ ਕੀ ਹੈ, ਬਿਨ ਪਿਰ ਔਰ ਨਾ ਮਾਨਈ। ਸੋ ਸਤ ਪ੍ਰਤੱਗੀ ਕੀ ਹੈ, ਧੀ ਗੁਰੂ ਕੀ, ਬਿਨਾ ਪਤੀ ਤੋਂ ਹੋਰ ਕਿਸੇ ਨੂੰ ਮਰਦੀ ਨਾ ਸਮਝਣਾ ਕਰੇ। ਇਹ ਭਾਈ ਪਾਵਨ ਮਰਿਆਦਾ ਦ੍ਰਿੜ ਕਰਵਾ ਰਹੇ ਹਨ। ਸੰਜਮ ਕੀ ਹੈ, ਸੁਧ ਜਬ ਤੇ ਹਮ ਧਰੀ, ਬਚਨ ਗੁਰ ਦੀਏ ਹਮਾਰੇ, ਪੂਤ ਇਹਾ ਪ੍ਰਾਣ ਜਬ ਲਗ ਘਟ ਥਾਰੇ, ਨਿਜ ਨਾਰੀ ਕੇ ਸੰਗ ਨੇਹੋ ਤੁਮ ਨਿਤ ਬਢਾਈਓ, ਪਰ ਨਾਰੀ ਕੀ ਸੇਜ ਭੂਲ ਸੁਪਨੇ ਹੋ ਨਾ ਜਾਈਓ। ਇਹ ਭਾਈ ਸੰਜਮ ਸਤਿਗੁਰੂ ਸਾਹਿਬ ਜੀ ਪਾਵਨ ਦ੍ਰਿੜ ਕਰਵਾਉਂਦੇ ਹਨ। ਇਹ ਕਿਰਪਾ ਕਰਦੇ ਨੇ ਕਿਰਪਾਲੂ ਸਤਿਗੁਰੂ ਸਾਹਿਬ ਜੀ ਰਹਿਮਤ ਦੇ ਘਰ ਵਿੱਚ ਆਣ ਕਰਕੇ। ਗੁਰੂ ਕਾ ਸਿੱਖਾ ਇਹ ਨੇਮ ਤੈਨੂੰ ਦ੍ਰਿੜ ਕਰਨਾ ਪਵੇਗਾ। ਜੇ ਇਹ ਸੰਜਮ, ਇਹ ਜਿਹੜਾ ਸੰਜਮ ਧਾਰਨ ਕਰੇਗਾ ਤੇ ਤਾਂ ਜਾ ਕੇ ਬਖਸ਼ਿਸ਼ ਹੋ ਸਕਦੀ ਹੈ। ਉਹ ਜੋਗੀ ਨਹੀਂ ਹੈ ਮਹਾਰਾਜ, ਅਸੀਂ ਜੋਗੀ ਹਾਂ ਨਹੀਂ, ਅਸੀਂ ਜਤੀ ਸਤੀ ਹੁੰਦੇ ਹਾਂ। ਭਾਈ ਜਾਣਦੇ ਆ ਤੁਹਾਡਾ ਜਤ ਸਤ, ਤੁਹਾਡਾ ਜਿਹੜਾ ਗੁਰੂ ਮਛਿੰਦਰਨਾਥ ਸੀ ਜਦੋਂ ਅਮਰੂ ਰਾਜੇ ਦੇ ਘਰ ਜਾ ਕੇ ਵਕਾਰੀ ਹੋਇਆ ਸੀ, ਸਾਰਾ ਹੀ ਜਤ ਸਤ ਜਾਂਦਾ ਰਹਿ ਗਿਆ ਸੀ ਨਾ। ਇਸ ਕਰਕੇ ਗੁਰੂ ਕੇ ਸਿੱਖਾਂ ਨੂੰ ਇਹ ਪਾਵਨ ਜਤ ਸਤ ਦ੍ਰਿੜ ਕਰਵਾਇਆ। ਸੰਜਮ ਕਿਹੋ ਜਿਹਾ,
ਗੁਰੂ ਕਾ ਸਿੱਖਾ ਪ੍ਰਤੱਖ ਤੇ ਕੀ ਭੂਲ ਸੁਪਨੇ ਹੂ ਨਾ ਜਾਈਓ। ਭੁੱਲ ਕੇ ਸੁਪਨੇ ਵਿੱਚ ਵੀ ਨਹੀਂ ਜਾ ਸਕਦਾ, ਐਸਾ ਗੁਰੂ ਹੈ। ਗੁਰੂ ਤੇ ਭਾਈ ਸੁਪਨੇ ਵਿੱਚ ਵੀ ਗੁਰਸਿੱਖ ਦੀ ਰਾਖੀ ਕਰਨ ਵਾਲਾ ਹੈ ਜੀ। ਸਾਚ ਸ਼ਬਦ ਰਸ ਲੀਣਾ, ਕਹਿੰਦੇ ਸੱਚੇ ਪਰਮੇਸ਼ਰ ਵਾਹਿਗੁਰੂ ਦੇ ਨਾਮ ਰਸ ਵਿੱਚ ਲੀਨ ਹੋਣਾ ਕਰ। ਮੇਰਾ ਗੁਰ ਦਇਆਲ ਸਦਾ ਰੰਗ ਲੀਣਾ। ਮਹਾਰਾਜ ਇਹ ਬਖਸ਼ਿਸ਼ ਕਿਵੇਂ ਹੋਵੇਗੀ? ਕਹਿੰਦੇ ਸਾਡੇ ਸਤਿਗੁਰੂ ਸਾਹਿਬ ਜੀ ਦਿਆਲ ਹਨ। ਸ਼ਬਦ ਗੁਰੂ ਦਿਆਲ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਿਆਲਤਾ ਕਰਨ ਵਾਲੇ ਹਨ। ਸਦਾ ਉਹਦੇ ਨਾਮ ਰੰਗ ਵਿੱਚ ਲੀਨ ਹਾਂ ਅਸੀਂ। ਇਹ ਨਿਸ ਰਹਿ ਏਕ ਲਿਵ ਲਾਗੀ। ਮਹਾਰਾਜ ਜਿਹੜੇ ਆਪ ਜੀ ਦੇ ਪਿਆਰੇ ਹੋ ਜਾਂਦੇ ਨੇ ਉਹਨਾਂ ਦੀ ਲਿਵ ਕਿੰਨਾ ਕੁ ਸਮਾਂ ਲੱਗਦੀ? ਕਹਿੰਦੇ ਦਿਨ ਪਰ ਰਾਤ ਹੀ ਲੱਗੀ ਰਹਿੰਦੀ। ਦਿਨ ਪਰ ਰਾਤ, ਇਹ ਦਿਨੇ ਵੀ ਤੇ ਨਿਸ ਰਾਤ ਨੂੰ ਵੀ ਉਹਨਾਂ ਦੀ ਲਿਵ ਲੱਗੀ ਹੋਈ ਹੈ ਜੀ। ਸਾਚੇ ਦੇਖ ਪਤੀਣਾ, ਉਹ ਸੱਚ ਪਰਮੇਸ਼ਰ ਵਾਹਿਗੁਰੂ ਦੇ ਪਾਵਨ ਸਰੂਪ ਨੂੰ ਦੇਖ ਕਰਕੇ ਪਤੀਣੇ ਰੱਜੇ ਹੋਏ ਹਨ। ਰਹਾਉ ਬਸਰਾਮ ਦੇ ਕੇ ਬਖਸ਼ਿਸ਼ ਕਰਦੇ ਹਨ। ਰਹਿ ਗਗਨਪੁਰ ਦ੍ਰਿਸ਼ਟ ਸਮੈ ਸਰ। ਕਹਿੰਦੇ ਭਾਈ ਉਹਨਾਂ ਦੀ ਗਗਨਪੁਰ, ਸੋ ਦਸਮ ਦਵਾਰ ਵਿੱਚ ਉਹਨਾਂ ਦੀ ਜਿਹੜੀ ਦ੍ਰਿਸ਼ਟੀ ਹੈ ਟਿਕੀ ਹੋਈ ਹੈ। ਅਥਵਾ ਗਗਨਪੁਰ ਉਹ ਆਕਾਸ਼ੀ ਪਰਮੇਸ਼ਰ ਵਾਹਿਗੁਰੂ ਜੋ ਹੈ ਉਹਦੇ ਚਰਨਾਂ ਨਾਲ ਦ੍ਰਿਸ਼ਟੀ ਐਸੀ ਲੱਗੀ ਹੋਈ ਹੈ ਸਮੈ ਸਰ। ਉਹ ਸਾਰਿਆਂ ਨੂੰ ਇੱਕ ਸਾਰ ਵੇਖਦੇ ਨੇ। ਉਹ ਕਿਸੇ ਦੇ ਨਾਲ ਕੋਈ ਜਾਤ ਵਰਨ ਦਾ ਭੇਦ ਕਰਕੇ ਗੁਰੂ ਕੇ ਸਿੱਖ ਨਹੀਂ ਵੇਖਦੇ। ਇਹ ਸਿੱਖਾਂ ਦੀ ਮਰਿਆਦਾ ਦ੍ਰਿੜ ਕਰਵਾਉਂਦੇ ਨੇ। ਸਿੱਖ ਦੀ ਮਰਿਆਦਾ ਕੀ ਹੈ? ਜਾਤ ਵਰਨ ਦਾ ਭੇਦ ਨਹੀਂ ਕਰਦਾ, ਕਿਸੇ ਪਾਸੋਂ ਜਾਤ ਨਹੀਂ ਪੁੱਛਦਾ। ਗੁਰੂ ਕਾ ਸਿੱਖ ਉਹ ਸਾਰਿਆਂ ਨੂੰ ਇੱਕੋ ਜਿਹਾ ਹੀ ਮੰਨਦਾ, ਇੱਕੋ ਜਿਹਾ ਹੀ। ਕਿਉਂਕਿ ਗੁਰਸਿੱਖ ਇਹ ਮੰਨਦਾ ਹੈ ਸਾਰਿਆਂ ਵਿੱਚ ਇੱਕੋ ਜੋਤ ਹੈ, ਤੇ ਜਦੋਂ ਸਾਰਿਆਂ 'ਚ ਹੀ ਭਾਈ ਉਹਦੀ ਜੋਤ ਹੈ ਤੇ ਫਿਰ ਸਾਰੇ ਭੈਣ ਭਾਈ ਹੋਏ ਨਾ। ਭੈਣ ਭਾਈ ਸਾਰੇ ਆਪਣੀ ਬਰਾਦਰੀ ਦੇ ਹੋ ਗਏ। ਬਰਾਦਰੀ ਪੁੱਛਣੀ ਕਾਹਦੇ ਲਈ ਪਊ ਭਲਾ? ਜਦੋਂ ਸਾਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਧੀਆਂ ਪੁੱਤਰ ਹਨ, ਜਦੋਂ ਖੰਡੇ ਤੇ ਬਾਟੇ ਦੀ ਪੌੜ ਛਕ ਲਈ, ਸਾਰੇ ਬਰਾਬਰ ਹੀ ਸਾਰਿਆਂ ਨੂੰ ਸਮਝ ਲਿਆ ਜੀ। ਅਨਹਤ ਸ਼ਬਦ ਰੰਗੀਣਾ, ਕਹਿੰਦੇ ਅਨਹਤ ਧੁਨ ਸਦਾ ਵਾਸਤੇ ਵੱਜਦੀ ਰਹਿੰਦੀ ਹਿਰਦੇ ਵਿੱਚ ਨਾਮ ਰੂਪੀ ਧੁਨ। ਐਸੇ ਸ਼ਬਦ ਦੇ ਵਿੱਚ ਰੰਗ ਦੇ ਵਿੱਚ ਰੰਗੇ ਹੋਏ ਹਨ। ਸਤ ਬੰਦ ਕੁਪੀਨ ਭਰਪੁਰ ਲੀਣਾ। ਕਹਿੰਦੇ ਭਾਈ ਮਹਾਰਾਜ ਅਸੀਂ ਤੇ ਕਪੀਨ ਬਣਦੇ, ਕਪੀਨ ਲੰਗੋਟੀ ਸਿੱਧ ਕਹਿਣ ਲੱਗੇ। ਮਹਾਰਾਜ ਤੁਹਾਡੇ ਸਿੱਖਾਂ ਨੇ ਕਿਹੜੀ ਲੰਗੋਟੀ ਬੱਧੀ ਹੋਈ ਹੈ? ਗੁਰਦੇਵ ਕਹਿੰਦੇ ਸਤ ਪ੍ਰਤੱਗੀ ਨੇ, ਸਤ ਗੁਰੂ ਕੇ ਸਿੱਖ। ਕਦੀ ਵਾਸਤੇ ਵੀ ਝੂਠ ਜ਼ਬਾਨ ਤੇ ਆਉਂਦਾ ਹੀ ਨਹੀਂ। ਇਹੋ ਹੀ ਉਹਨਾਂ ਦੀ ਕਪੀਨ ਬੱਧੀ ਹੋਈ ਹੈ ਜੀ। ਜੀਵਾ ਰੰਗ ਰਸੀਨਾ, ਤੇ ਕਹਿੰਦੇ ਜ਼ਬਾਨ ਜਿਹੜੀ ਪਰਮੇਸ਼ਰ ਵਾਹਿਗੁਰੂ ਦੇ ਨਾਮ ਰੰਗ ਵਿੱਚ ਰਸੀ ਹੋਈ ਹੈ ਜੀ। ਮਿਲੇ ਗੁਰ ਸਾਚੇ ਜਿਨ ਰਚ ਰਾਚੇ। ਕਹਿੰਦੇ ਭਾਈ ਸੱਚੇ ਗੁਰੂ ਨਾਲ ਮਿਲ ਕਰਕੇ ਨਾਮ ਰੰਗ ਦੇ ਵਿੱਚ ਰਚੇ ਹੋਏ ਹਨ। ਕਿਰਤ ਵਿਚਾਰ ਪਤੀਨਾ, ਤੇ ਕਹਿੰਦੇ ਕਿਰਤ ਕੀ ਹੈ ਜੀ? ਤੁਹਾਡੇ ਸਿੱਖਾਂ ਦੀ ਕੋਈ ਕਿਰਤ ਕਰਦੇ ਹੋਣਗੇ। ਕਹਿੰਦੇ ਜਿਹੜੇ ਨਾਮ ਅਭਿਆਸੀ ਗੁਰਮੁਖ ਹਨ ਭਾਈ, ਜਿਹੜੇ ਵਿਚਾਰ ਵਿੱਚ ਲੱਗੇ ਹੋਏ ਨੇ, ਪਰਮੇਸ਼ਰ ਵਾਹਿਗੁਰੂ ਦੇ ਪ੍ਰੇਮ ਵਿਚਾਰ ਵਿੱਚ ਲੱਗੇ ਨੇ, ਇਹੋ ਹੀ ਸੱਚੀ ਕਿਰਤ ਹੈ ਉਹਨਾਂ। ਜਿਹੜੀ ਸੁਬਾਹ ਸ਼ਾਮ ਹੱਥ ਪਾਵ ਕੰਮ ਕਰਦਿਆਂ ਹੋਇਆਂ ਵੀ, ਜਿਹਨੂੰ ਆਪਾਂ ਸਾਦੇ ਜੀ ਭਾਸ਼ਾ 'ਚ ਕਹਿੰਦੇ ਆ ਕਿ ਹੱਥ ਕਾਰ ਵੱਲ ਤੇ ਚਿੱਤ ਜਾਰ ਵੱਲ, ਇਹੋ ਹੀ ਸੱਚੀ ਕਿਰਤ ਹੈ ਉਹਨਾਂ ਦੀ। ਇਹ ਸੱਚੀ ਕਿਰਤ ਹੈ। ਹੱਥਾਂ ਦੇ ਨਾਲ ਕੰਮ ਕਰਦੇ ਹੋਏ ਵੀ ਮਹਾਰਾਜ ਤੁਸੀਂ ਗ੍ਰਸਤੀਆਂ ਨੂੰ ਆਪਣੇ ਸਿੱਖ ਬਣਾ ਲਿਆ। ਇਹ ਗ੍ਰਸਤੀ ਕਿਵੇਂ ਸਿੱਖ ਬਣ ਸਕਦੇ? ਇਹਨਾਂ ਦਾ ਕਿਵੇਂ ਆਧਾਰ ਹੋਵੇਗਾ? ਕਹਿੰਦੇ ਓਏ ਸਿੱਧੋ ਕੇਵਲ ਹਾਥੀ ਕਾਰ ਵੱਲ ਲੱਗੇ ਹੋਏ ਨੇ। ਕਿਰਤ ਤੇ ਸੱਚੀ ਇਹੋ ਹੀ ਹੈ ਕਿ ਵਿਚਾਰ ਤੋਂ ਬਾਹਰ ਗੁਰੂ ਕਾ ਸਿੱਖ ਨਿਕਲਦਾ ਹੀ ਨਹੀਂ। ਕਿਰਤ ਕਰਦਿਆਂ ਹੋਇਆਂ ਵੀ ਬਾਣੀ ਨਾਲ ਜੁੜਿਆ ਹੋਇਆ ਹੈ। ਨਾਮ ਅਭਿਆਸੀ ਹੈ ਜੀ। ਏਕ ਮਹਿ ਸਰਬ ਸਰਬ ਮਹਿ ਏਕਾ। ਮਹਾਰਾਜ ਇਹ ਕਿਵੇਂ ਉਹਨਾਂ ਨੂੰ ਵਿਆਪ ਕਿਵੇਂ ਦਿਸਦਾ ਹੈ? ਕਹਿੰਦੇ ਉਹ ਤੇ ਭਾਈ ਇੱਕ ਉਹ ਪਰਮੇਸ਼ਰ ਵਾਹਿਗੁਰੂ ਜਿਹੜਾ ਹੈ ਨਾ, ਉਹਨੂੰ ਮੰਨਦੇ ਨੇ ਏਕ ਮਹਿ ਸਰਬ। ਸਾਰਿਆਂ ਦੇ ਵਿੱਚ ਇੱਕ ਹੈ ਤੇ ਸਰਬ ਮਹਿ ਏਕਾ। ਸਾਰਿਆਂ ਦੇ ਵਿੱਚ ਇੱਕੋ ਹੀ ਪਰਮੇਸ਼ਰ ਵਾਹਿਗੁਰੂ ਦੀ ਜੋਤ ਹੈ। ਸਾਰਿਆਂ ਨੂੰ ਪਰਮੇਸ਼ਰ ਪੈਦਾ ਕਰਕੇ ਤੇ ਉਹਦੇ ਵਿੱਚ ਪਰਿਪੂਰਨ ਇਹ ਜਾਣ ਲੈਣਾ ਕੀਤਾ ਹੈ ਜੀ। ਇਹ ਸਤਿਗੁਰ ਦੇਖ ਦਿਖਾਈ। ਇਹ ਮਹਾਰਾਜ ਪਤਾ ਕਿੱਥੋਂ ਲੱਗਾ? ਤੁਹਾਡੇ ਸਿੱਖਾਂ ਨੂੰ ਸਿੱਧਾ ਨੇ ਅਗਲਾ ਸਵਾਲ ਕਰ ਦਿੱਤਾ। ਕਹਿੰਦੇ ਇਹ ਭਾਈ ਗੁਰਦੇਵ ਜੀ ਨੇ ਇਹ ਦਿਖਾਇਆ ਹੈ ਸਾਰਿਆਂ ਦੇ ਤਾਂ। ਇਹ ਉਹ ਜਿਹੜਾ ਅਕਾਲ ਪੁਰਖ ਵਾਹਿਗੁਰੂ ਨੇ ਬਖਸ਼ਿਸ਼ ਕੀਤੀ ਹੈ, ਜੋ ਸਰਗਣ ਸਰੂਪ ਧਾਰਨ ਕਰ ਲਿਆ ਇਹ ਨਾਨਕ ਨਾਮ ਧਰਾ ਕਰਕੇ, ਇਹ ਆਪ ਕਿਰਪਾ ਕਰਕੇ ਦਿਖਾ ਦੇਣਾ ਕੀਤਾ ਹੈ ਜੀ। ਜਿਨ ਕੀਏ ਖੰਡ ਮੰਡਲ ਬ੍ਰਹਮੰਡਾ। ਮਹਾਰਾਜ ਉਹਦੀ ਹੋਰ ਮਹਿਮਾ ਦੱਸੋ ਪਰਮੇਸ਼ਰ ਦੀ। ਕਹਿਣ ਲੱਗੇ ਭਾਈ
ਉਹਦੀ ਮਹਿਮਾ ਕੀ ਦੱਸੀਏ, ਜਿਨੇ ਇਹ ਖੰਡ ਬ੍ਰਹਮੰਡ ਇਹ ਮੰਡਲ ਸਾਰੇ ਸਾਜੇ ਹੋਏ ਹਨ। ਸੋ ਪ੍ਰਭ ਲਖਨ ਨਾ ਜਾਈ, ਕਹਿੰਦੇ ਉਹ ਲਖਿਆ ਨਹੀਂ ਜਾ ਸਕਦਾ। ਜ਼ਬਾਨ ਦੀ ਚਤਰਾਈ ਕਰਕੇ ਕੋਈ ਯਤਨ ਕਰੇ ਕਿ ਮੈਂ ਸਾਰੇ ਗੁਣ ਕਹਿਆ, ਕਹੇ ਨਹੀਂ ਜਾ ਸਕਦੇ ਜੀ। ਦੀਪਕ ਤੇ ਦੀਪਕ ਪਰਗਾਸਿਆ, ਕਹਿੰਦੇ ਭਾਈ ਉਹ ਤੇ ਦੀਪਕ ਤੇ ਜਿਵੇਂ ਦੀਪ ਇੱਕ ਦੀਵੇ ਤੋਂ ਦੂਸਰੇ ਦੀਵੇ ਨੂੰ ਲੋ ਮਿਲ ਜਾਂਦੀ ਹੈ, ਐਵੇਂ ਹੀ ਭਾਈ ਸਤਿਗੁਰੂ ਸਾਹਿਬ ਜੀ ਨੇ ਆ ਬਖਸ਼ਿਸ਼ ਕੀਤੀ ਹੈ। ਗੁਰਦੇਵ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ 10 ਜੋਤਾਂ ਦੇ ਵਿੱਚ 10 ਜਾਮਿਆਂ ਦੇ ਵਿੱਚ ਆਪਾਂ ਕਹਿੰਦੇ 10 ਜੋਤਾਂ ਗੁਰੂ ਕੀਆਂ। 11ਵੇਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਇਹ ਇੱਕ ਤੋਂ ਅੱਗੇ 10 ਜੋਤੀਆਂ ਹੋਰ ਜਗਾ ਦਿੱਤੀਆਂ। ਅੱਗੇ ਉਸੇ ਜੋਤੀ ਤੋਂ ਹਜ਼ਾਰਾਂ ਗੁਰਸਿੱਖਾਂ ਦੇ ਹਿਰਦੇ ਵਿੱਚ ਪ੍ਰਕਾਸ਼ ਕਰੀ ਜਾ ਰਹੇ ਹਨ। ਉਹ ਨਾਮ ਰੂਪੀ ਸੋ ਭਾਈ ਅਗਨੀ ਜਲਾ ਕਰਕੇ ਹਰ ਇੱਕ ਹਿਰਦੇ ਘਰ ਦੇ ਵਿੱਚ ਉਹ ਦੀਪਕ ਪ੍ਰਗਾਸ ਗਿਆ ਹੈ ਜੀ, ਜਲ ਗਿਆ ਹੈ। ਭਵਨ ਜੋਤ ਦਿਖਾਈ, ਤੇ ਕਹਿੰਦੇ ਉਸ ਜਗੀ ਹੋਈ ਜੋਤੀ ਸਦਕਾ ਹੀ ਗੁਰਸਿੱਖਾਂ ਨੂੰ ਤਿੰਨਾਂ ਹੀ ਭਵਨਾਂ ਦੇ ਵਿੱਚ ਉਹ ਪਰਮੇਸ਼ਰ ਦੀ ਜੋਤ ਦਿਸਦੀ ਹੈ ਜੀ। ਸੱਚਾ ਤਖਤ ਸੱਚ ਮਹਿਲੀ ਬੈਠੇ, ਉਹ ਭਾਈ ਸੱਚੇ ਤਖਤ ਹਿਰਦੇ ਰੂਪੀ ਘਰ ਦੇ ਵਿੱਚ ਜਿਨ੍ਹਾਂ ਨੇ ਸੇਜਾ ਵਸਾਈ ਸੀ, ਉਹ ਹਿਰਦੇ ਰੂਪੀ ਘਰ ਦੇ ਵਿੱਚ ਆਣ ਕਰਕੇ ਪਰਮੇਸ਼ਰ ਵਾਹਿਗੁਰੂ ਤਖਤ ਤੇ ਬੈਠਾ ਹੈ, ਅਥਵਾ ਉਹ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਨਾਮ ਦੇ ਵਿੱਚ ਰੰਗੇ ਹੋਏ ਸੱਚੇ ਤਖਤ ਤੇ ਬੈਠੇ ਹਨ। ਨਿਰਭਉ ਤਾੜੀ ਲਾਈ, ਤਾੜੀ ਨਾਮ ਹੈ ਸਮਾਧੀ ਦਾ। ਕਹਿੰਦੇ ਉਹਨਾਂ ਨਿਰਭਉ ਹੋ ਕਰਕੇ ਇਹ ਸਮਾਧੀ ਲਾਉਣਾ ਕੀਤੀ ਹੈ। ਮੋਹੇ ਗਿਆ ਬੈਰਾਗੀ ਜੋਗੀ, ਇਸ ਤਰੀਕੇ ਦੇ ਨਾਲ ਹੇ ਬੈਰਾਗੀ ਜੋਗੀਓ ਭਾਈ ਉਹਨਾਂ ਦਾ ਮੋਹ ਚਲਾ ਗਿਆ ਹੈ, ਬੈਰਾਗ ਹਿਰਦੇ ਵਿੱਚ ਆ ਗਿਆ। ਇਹੋ ਹੀ ਜੋਗੀ, ਇਹੋ ਹੀ ਸੱਚੇ ਜੋਗੀ ਨੇ ਗੁਰੂ ਕੇ ਸਿੱਖ ਜਿਹੜੇ ਜੁੜੇ ਹੋਏ ਹਨ। ਘਟ ਘਟ ਕਿੰਗੂਰੀ ਵਾਈ, ਤੇ ਮਹਾਰਾਜ ਅਸੀਂ ਤੇ ਕਿੰਗਰੀ ਵਜਾਉਂਦੇ ਆ, ਤੁਹਾਡੇ ਸਿੱਖਾਂ ਨੇ ਕਿਹੜੀ ਕਿੰਗਰੀ ਵਜਾਈ? ਕਹਿੰਦੇ ਜਿਹੜੇ ਘਟਾਂ ਘਟਾਂ ਦੇ ਵਿੱਚ ਉਹਦੀ ਕਿੰਗ ਪੈ ਰਹੀ ਨਾ ਪਰਮੇਸ਼ਰ ਵਾਹਿਗੁਰੂ ਦੀ, ਇਹੋ ਹੀ ਕਿੰਗਰੀ ਸਾਡੇ ਸਿੱਖ ਸੁਣਦੇ ਨੇ। ਜਿਹੜਾ ਹਰ ਹਟ ਪੀ ਤੂੰ ਤੂੰ ਕਰੇ ਬੋਲੇ ਭਲੀ ਬਾਣ, ਇਹ ਜਿਹੜੀ ਕਿੰਗਰੀ ਹਰੇਕ ਥਾਂ ਤੇ ਵੱਜ ਰਹੀ, ਇਹੋ ਹੀ ਕਿੰਗਰੀ ਗੁਰੂ ਕੇ ਸਿੱਖਾਂ ਨੇ ਸੁਣੀ ਹੈ। ਹੋਰ ਕਿੰਗ ਕੋਈ ਵਜਾਉਂਦੇ ਨਹੀਂ ਹਨ ਜੇ। ਨਾਨਕ ਸਰਣ ਪ੍ਰਭੂ ਕੀ ਛੂਟੇ, ਤੇ ਮਹਾਰਾਜ ਫਿਰ ਆਧਾਰ ਕਿਵੇਂ ਹੋਵੇਗਾ? ਕਹਿੰਦੇ ਭਾਈ ਜਿਹੜੇ ਗੁਰੂ ਕੀ ਸ਼ਰਨ ਵਿੱਚ ਪੈ ਗਏ ਨੇ ਉਹ ਸਾਰੇ ਛੁੱਟ ਗਏ ਹਨ, ਹੁਣ ਛੁੱਟ ਰਹੇ ਨੇ, ਅਗਾਂਹ ਨੂੰ ਛੁੱਟ ਜਾਣਗੇ ਜੀ। ਸਤਿਗੁਰ ਸੱਚ ਸਖਾਈ, ਕਹਿੰਦੇ ਭਾਈ ਇੱਕ ਸਤਿਗੁਰੂ ਸਾਹਿਬ ਜੀ ਸੱਚ ਸਰੂਪ ਸਾਡੇ ਸਖੇ ਹਨ, ਅਥਵਾ ਇਹੋ ਹੀ ਸਿੱਖਿਆ ਸਾਨੂੰ ਪ੍ਰਾਪਤ ਹੋਈ ਹੈ। ਇਹ ਗੁਰਦੇਵ ਜੀ ਨੇ ਪਾਵਨ ਹੁਕਮਨਾਮੇ ਦੁਆਰਾ ਤੇ ਭਾਈ ਲੜੀਵਾਰ ਕਥਾ ਦੁਆਰਾ ਨਿਹਾਲ ਕੀਤਾ ਹੈ। ਸਤਿਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੇ ਅਰਥ ਕਰਦਿਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਹਨ। ਗੁਰਦੇਵ ਗੁਰੂ ਕੀ ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣੀਆਂ ਜੀ ਅਗਾਹਾਂ ਤੋਂ ਸਮਤ ਬਖਸ਼ਣੇ। ਦੇਹੋ ਸੱਜਣ ਆਸੀਸੜੀਆਂ, ਜੇ ਹੋਵੇ ਸਾਹਿਬ ਸਿਉ ਮੇਲ। ਮੋਹੇ ਗਿਆ ਬੈਰਾਗੀ ਜੋਗੀ, ਘਟ ਘਟ ਕਿੰਗੂਰੀ ਵਾਈ। ਨਾਨਕ ਸ਼ਰਨ ਪ੍ਰਭੂ ਕੀ ਛੂਟੇ, ਸਤਿਗੁਰ ਸੱਚ ਸਖਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।